ਸ਼੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਖਾਨ ਸ਼ੁਰਾ ਡੱਲੇ ਬਿਖੈ, ਗੁਰਮੁਖ ਸਿੱਖ ਵਿਸਾਲ। ਪੂਜਹਿ ਪਗ ਪੰਕਜ ਸਦਾ, ਸ਼੍ਰੀ ਗੁਰ ਅਮਰ ਕਿਰਪਾਲ। ਖਾਨ ਸ਼ੁਰਾ ਡੱਲੇ ਬਿਖੈ, ਗੁਰਮੁਖ ਸਿੱਖ ਵਿਸਾਲ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਉੱਪਰ ਸਦਾ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀ,
ਬੜੇ ਹੀ ਪਿਆਰ ਨਾਲ ਹਾਜ਼ਰੀ ਲਵਾਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਿੱਖ ਸੰਗਤਾਂ, ਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਸਰਵਣ ਕਰ ਰਹੇ ਹੋ। ਭਾਈ ਪਾਰੋ ਜੀ ਦੇ ਨਾਲ ਭਾਈ ਲਾਲੂ ਜੀ ਆਏ ਹਨ। ਭਾਈ ਲਾਲੂ ਜੀ ਦੇ ਉੱਤੇ ਗੁਰੂ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਹਨ। ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਗੁਪਤ ਤਾਕਤਾਂ ਹਨ, ਗੁਪਤ ਦੁਨੀਆ ਦਾ ਮੁਖੀ ਬਣਾ ਦਿੱਤਾ ਹੈ। ਉਹ ਪ੍ਰਸੰਗ ਤੁਸੀਂ ਕੱਲ੍ਹ ਸਰਵਣ ਕੀਤਾ। ਫਿਰ ਕਿਵੇਂ ਇੱਕ ਪਠਾਨ ਜਿਹੜਾ ਭਾਈ ਲਾਲੂ ਜੀ ਦਾ ਗਵਾਂਢੀ ਹੈ, ਉਹ ਟਾਪੂ ਵਿੱਚ ਫਸ ਗਿਆ। ਗੁਪਤ ਰੂਹਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਭਾਈ ਲਾਲੂ ਜੀ ਨੂੰ, ਸਾਡੇ ਗੁਰੂ ਜੀ ਨੂੰ ਜਾਣਦਾ ਹੈ, ਉਹਨਾਂ ਜੋ ਜੋ ਕੀਤਾ, ਸਤਿਕਾਰ ਕੀਤਾ, ਉਹ ਕੱਲ੍ਹ ਤੁਸੀਂ ਸਰਵਣ ਕੀਤਾ। 2 ਕੀਮਤੀ ਲਾਲ ਉਹਨਾਂ ਨੇ ਭੇਜੇ, ਪਠਾਨ ਦੇ ਹੱਥ ਵਿੱਚ ਦਿੱਤੇ ਤੇ ਇੱਕ ਖਿੰਨ ਵਿੱਚ ਪਠਾਨ ਨੂੰ ਉਹਦੇ ਘਰ ਪਹੁੰਚਾ ਦਿੱਤਾ। ਇਹ ਕਿਹਾ ਵੀ ਇਹ ਲਾਲ ਸਾਡੇ ਗੁਰੂ ਨੂੰ ਭੇਟਾ ਕਰਨੇ ਆ। ਸਾਧ ਸੰਗਤ ਜੀ, ਜਦੋਂ ਭਾਈ ਲਾਲੂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਭਾਈ ਲਾਲੂ ਜੀ ਨੂੰ ਉਹ ਰਤਨ ਮਿਲੇ, ਲਾਲ ਮਿਲੇ, ਭਾਈ ਲਾਲੂ ਜੀ ਉਹ ਦੋਵੇਂ ਲਾਲ ਲੈ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਲਾਲੂ ਅਸੀਂ ਤੈਨੂੰ ਨਾਮ ਰਤਨ ਦਿੱਤਾ ਹੋਇਆ, ਇਹ ਜਿਹੜੇ ਲਾਲ ਹੈ ਨਾ, ਇਹ ਸੁੱਟ ਦੇ। ਮਹਾਰਾਜ ਕਹਿਣ ਲੱਗੇ ਦਰਿਆ ਵਿੱਚ। ਸੋ ਭਾਈ ਲਾਲੂ ਜੀ ਨੇ ਇਸੇ ਤਰ੍ਹਾਂ ਕੀਤਾ। ਧੰਨ ਹਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਹਨ ਗੁਰੂ ਜੀ ਦੇ ਸਿੱਖ ਜੀ। ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਸਾਰੀਆਂ ਸਿੱਖ ਸੰਗਤਾਂ ਕਹੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਖਾਨ ਸ਼ੁਰਾ ਡੱਲੇ ਬਿਖੈ, ਗੁਰਮੁਖ ਸਿੱਖ ਵਿਸਾਲ। ਡੱਲੇ ਪਿੰਡ ਵਿੱਚ ਜਿੱਥੇ ਭਾਈ ਪਾਰੋ ਜੀ ਰਹਿੰਦੇ ਆ ਨਾ, ਭਾਈ ਪਾਰੋ ਜੀ ਦੀ ਸੰਗਤ ਕਰ ਕਰਕੇ ਹੋਰ ਵੀ ਬੜੇ ਸਿੱਖ ਬਣ ਗਏ ਜੀ। ਇੱਕ ਸਿੱਖ ਹੈ ਜਿਹੜਾ ਬੜਾ ਗੁਰਮੁਖ ਹੈ, ਉਹਦਾ ਨਾਮ ਹੈ ਭਾਈ ਖਾਨ ਸ਼ੁਰਾ। ਹਾਂਜੀ। ਪੂਜੈ ਹੈ ਪਗ ਪੰਕਜ ਸਦਾ, ਸ਼੍ਰੀ ਗੁਰ ਅਮਰ ਕਿਰਪਾਲ। ਖਾਨ ਸ਼ੁਰਾ ਜੀ ਸਦਾ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨੂੰ ਸੇਵਦੇ ਹਨ। ਮਹਾਰਾਜ ਜੀ ਦੇ ਚਰਨਾਂ ਨਾਲ ਧਿਆਨ ਲਾ ਕੇ ਰੱਖਦੇ ਹਨ। ਚੌਪਈ ਦੀਪਾ ਮਾਲੂ ਸ਼ਾਹੀ ਔਰ, ਭਾਈ ਦੀਪਾ ਜੀ, ਭਾਈ ਮਾਲੂ ਸ਼ਾਹੀ ਜੀ, ਸਿੱਖੀ ਕਰਤਬ ਸਹਿ ਤਿਸ ਠੌਰ। ਤੇ ਇਹ ਸਾਰੇ ਹੀ ਭਾਈ ਪਾਰੋ ਜੀ ਦੀ ਸੰਗਤ ਕਰਦੇ ਆ। ਸੰਗਤ ਕਰ ਕਰਕੇ ਇਹ ਮਹਾਨ ਗੁਰੂ ਦੇ ਸਿੱਖ ਬਣ ਗਏ ਜੀ ਸਾਰੇ। ਹਾਂਜੀ। ਨਾਮ ਕਿਦਾਰੀ ਸਿੱਖ ਉਦਾਰ। ਇਹਨਾਂ ਵਿੱਚੋਂ ਇੱਕ ਹੋਰ ਸਿੱਖ ਹੋਇਆ, ਜਿਵੇਂ ਭਾਈ ਦੀਪਾ ਜੀ, ਮਾਲੂ ਸ਼ਾਹੀ ਜੀ, ਖਾਨ ਸ਼ੁਰਾ ਜੀ ਦਾ ਨਾਮ ਤੁਸੀਂ ਸੁਣਿਆ ਨਾ, ਉਵੇਂ ਭਾਈ ਕਿਦਾਰੀ ਜੀ ਵੀ ਹਨ ਜੀ। ਹਾਂਜੀ। ਇਤਿਆਦਿਕ ਸਿੱਖ ਬਹੁਤ ਵਿਚਾਰ। ਇਸ ਤਰੀਕੇ ਨਾਲ ਬੜੇ ਵਧੀਆ ਸਿੱਖ ਨੇ ਔਰ ਸਾਰੇ ਬ੍ਰਹਮ ਗਿਆਨੀ ਬਣੇ ਹੋਏ ਨੇ ਜੀ। ਹਾਂਜੀ। ਗਿਣਤੀ ਵਿਖੈ 72 ਭਏ। ਕਵੀ ਸੰਤੋਖ ਸਿੰਘ ਜੀ ਦੱਸਦੇ ਆ, ਕਹਿੰਦੇ ਇਹਨਾਂ ਮਹਾਨ ਬ੍ਰਹਮ ਗਿਆਨੀਆਂ ਦੀ ਜਿਹੜੀ ਗਿਣਤੀ ਹੈ ਨਾ, ਉਹ 72 ਹੈ। 72 ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸ਼੍ਰੀ ਗੁਰ ਅਮਰ ਉਦਾਹਰਨ ਕੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਇਹਨਾਂ 72 ਜਣਿਆਂ ਦਾ ਉਧਾਰ ਕੀਤਾ ਜੀ। ਹੁਣ ਸੰਗਤ ਜੀ ਮੇਰੀ ਬੇਨਤੀ ਹੈ, ਇਹਨਾਂ 72 ਦੇ ਨਾਮ ਜਦੋਂ ਆਪਾਂ ਡੱਲੇ ਪਿੰਡ ਜਾਈਏ ਨਾ, ਅਸਥਾਨ ਬਣਿਆ, 72 ਸਿੱਖਾਂ ਦੇ ਨਾਮ ਉੱਥੇ ਲਿਖੇ ਹੋਏ ਹਨ। ਦਾਸ ਕੋਸ਼ਿਸ਼ ਕਰੇਗਾ ਉਹ ਨਾਮ ਆਪ ਜੀ ਨੂੰ ਕਿਸੇ ਦਿਨ ਸਰਵਣ ਕਰਾਵੇ ਮਹਾਰਾਜ ਜੀ ਦੀ ਕਥਾ ਵਿੱਚ ਹੀ ਜੀ। ਜਿਨ੍ਹਾਂ 72 ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਤਾਰਿਆ ਜੀ, ਔਰ ਇਹਨਾਂ ਨੂੰ ਇੱਕ ਦੂਜੇ ਦੀ ਸੰਗਤ ਵਿੱਚੋਂ ਰੰਗ ਲੱਗਾ ਜੀ। ਹਾਂਜੀ।
ਕਹੋ ਅਗਾਰੀ ਕਥਾ ਤਿਨਹੋਂ ਕੀ। ਭਾਈ ਸੰਤੋਖ ਸਿੰਘ ਕਹਿੰਦੇ ਮੈਂ ਅੱਗੇ ਜਾ ਕੇ ਉਹਨਾਂ ਦੀ ਕਥਾ ਲਿਖਾਂਗਾ। ਹਰੀ ਅਵਿਦਿਆ ਗੁਰੂ ਜਿਨਹੋਂ ਕੀ। ਜਿਨ੍ਹਾਂ ਦੀ ਅਵਿਦਿਆ, ਜਿਨ੍ਹਾਂ ਦੇ ਅੰਦਰ ਦੀ ਮੈਲ ਗੁਰੂ ਸਾਹਿਬ ਜੀ ਨੇ ਦੂਰ ਕਰਕੇ ਉਹਨਾਂ ਨੂੰ ਸ਼ੁੱਧ ਕੀਤਾ, ਉਹ ਮੈਂ ਅੱਗੇ ਜਾ ਕੇ ਦੱਸਾਂਗਾ। ਨਾਮ ਮਹੇਸ਼ਾਪੁਰ ਸੁਲਤਾਨ। ਹੁਣ ਸੁਲਤਾਨਪੁਰ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੇਬੇ ਨਾਨਕੀ ਜੀ ਦੇ ਘਰ ਰਹਿ ਕੇ ਭਲਾ ਕੀਤਾ, ਉਸ ਸੁਲਤਾਨਪੁਰ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਜਿਹਦਾ ਨਾਮ ਹੈ ਭਾਈ ਮਹੇਸ਼ਾ ਜੀ। ਹਾਂਜੀ, ਬਹੁ ਬਾਹੀ ਅਰ ਧਨੀ ਮਹਾਨ। ਬਹੁਤੀਆਂ ਪੱਤੀਆਂ ਵਾਲਾ ਤੇ ਵੱਡਾ ਧਨੀ ਹੈ ਜੀ ਇਹ ਭਾਈ ਮਹੇਸ਼ਾ ਜੀ। ਹਾਂਜੀ, ਸਤਿਗੁਰ ਕੀ ਮਹਿਮਾ ਸੁਨ ਤਾਹੀ। ਗੁਰੂ ਸਾਹਿਬ ਜੀ ਦੀ ਬੜੀ ਮਹਿਮਾ ਸੁਣੀ ਜੀ ਇਹਨਾਂ ਨੇ, ਭਾਈ ਮਹੇਸ਼ਾ ਜੀ ਨੇ। ਹਾਂਜੀ, ਉਪਜਿਓ ਪ੍ਰੇਮ ਮਹਾ ਮਨ ਮਾਹੀ। ਮਨ ਵਿੱਚ ਪਿਆਰ ਉਪਜਿਆ ਵੀ ਮੈਂ ਵੀ ਮਹਾਰਾਜ ਦੇ ਦਰਸ਼ਨ ਕਰਾਂ ਜੀ। ਸੰਗਤ ਜੀ ਇਸ ਲਾਈਨ ਵਿੱਚ ਨਾ ਸੁਣਨਾ ਬੜਾ ਜ਼ਰੂਰੀ ਹੈਗਾ ਜੀ। ਕਮਾਈ ਵਾਲਾ ਬੋਲ ਰਿਹਾ ਹੋਵੇ, ਸੁਣਨ ਵਾਲੇ ਦੇ ਅੰਦਰ ਪਿਆਰ ਪੈਦਾ ਹੁੰਦਾ ਜੀ। ਭਾਈ ਮਹੇਸ਼ਾ ਜੀ ਦੇ ਮਨ ਵਿੱਚ ਬੜਾ ਪਿਆਰ ਪੈਦਾ ਹੋਇਆ, ਮੈਂ ਵੀ ਜਾ ਕੇ ਮਹਾਰਾਜ ਦੇ ਦਰਸ਼ਨ ਕਰਾਂ। ਹਾਂਜੀ, ਗੋਇੰਦਵਾਲ ਗਇਓ ਤਬ ਆਏ। ਗੱਜ ਕੇ ਆਖੋ ਵਾਹਿਗੁਰੂ। ਤੇ ਭਾਈ ਮਹੇਸ਼ਾ ਜੀ ਪੁੱਛਦੇ ਪਛਾਉਂਦੇ ਸ੍ਰੀ ਗੋਇੰਦਵਾਲ ਸਾਹਿਬ ਆਏ ਜੀ। ਹਾਂਜੀ, ਦਰਸ਼ਨ ਕਰ ਗੁਰ ਕੋ ਹਰ ਖਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਦਰਸ਼ਨ ਕੀਤੇ ਭਾਈ ਮਹੇਸ਼ਾ ਜੀ ਨੇ। ਸੋਹਣੇ ਦਰਸ਼ਨ ਮਹਾਰਾਜ ਦੇ ਕੀਤੇ। ਭਾਈ ਮਹੇਸ਼ਾ ਜੀ ਬੜੇ ਪ੍ਰਸੰਨ ਹੋਏ ਜੀ, ਬੜੀ ਖੁਸ਼ੀ ਹੋਈ ਇਹਨਾਂ ਨੂੰ ਮਹਾਰਾਜ ਦੇ ਦਰਸ਼ਨ ਕਰਕੇ। ਹਾਂਜੀ, ਪੂਰਬ ਭੋਜਨ ਲੰਗਰ ਖਾਇਓ। ਤੇ ਦਰਸ਼ਨਾਂ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੀ ਮਰਜ਼ਾਦਾ ਦੇ ਅਨੁਸਾਰ ਪਹਿਲਾਂ ਲੰਗਰ ਵਿੱਚ ਜਾ ਕੇ ਭੋਜਨ ਛਕਿਆ ਜੀ ਇਹਨਾਂ ਨੇ, ਪ੍ਰਸ਼ਾਦਾ ਛਕਿਆ। ਬਾਹਰ ਜਾਏ ਸਤਿਗੁਰ ਦਰਸਾਇਓ। ਭਾਈ ਮਹੇਸ਼ਾ ਜੀ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਜੀ। ਵੱਡੇ ਭਾਗ ਤੇ ਬੈਠਿਓ ਪਾਸ। ਤੇ ਆਏ ਤੇ ਪਹਿਲੀ ਵਾਰੀ ਹੈ ਤੇ ਗੁਰੂ ਜੀ ਦੀ ਮਿਹਰ, ਹਜ਼ਾਰਾਂ ਲੋਕ ਉੱਥੇ ਆਏ ਹੈ, ਪਰ ਭਾਈ ਮਹੇਸ਼ਾ ਜੀ ਨੂੰ ਮਹਾਰਾਜ ਦੇ ਲਾਗੇ ਬੈਠਣ ਦਾ ਮੌਕਾ ਮਿਲ ਗਿਆ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਨਿਸ ਦਿਨ ਜਿਨ ਕੇ ਪ੍ਰੇਮ ਸੋ ਪਿਆਸ। ਹੁਣ ਦਿਨ ਰਾਤ ਭਾਈ ਮਹੇਸ਼ਾ ਜੀ ਨੇ ਮਹਾਰਾਜ ਦੀ ਸਿਫਤ ਸੁਣੀ ਸੀਗੀ ਜੀ। ਸੁਣ ਸੁਣ ਕੇ ਪਿਆਰ ਪੈਦਾ ਹੋਇਆ ਸੀਗਾ ਜੀ। ਹਾਂਜੀ, ਬਾਰ ਬਾਰ ਬੰਦਨ ਕੋ ਕਰਹੀ। ਭਾਈ ਮਹੇਸ਼ਾ ਜੀ ਨੂੰ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠਣ ਦਾ ਮੌਕਾ ਮਿਲਿਆ ਨਾ ਜੀ, ਤੇ ਭਾਈ ਮਹੇਸ਼ਾ ਜੀ ਬਾਰ-ਬਾਰ ਮਹਾਰਾਜ ਨੂੰ ਮੱਥਾ ਟੇਕਣ ਦਾ ਜੀ। ਆਪ ਪ੍ਰਤੱਖ ਰੱਬ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਮੌਕਾ ਮਿਲ ਰਿਹਾ ਜੀ। ਬਾਰ-ਬਾਰ ਮੱਥਾ ਟੇਕ ਰਹੇ ਸੱਚੇ ਪਾਤਸ਼ਾਹ ਜੀ ਨੂੰ। ਆਪਾਂ ਵੀ ਟੇਕੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਮੁਖ ਬੈਠ ਗੁਰ ਦਰਸ਼ਨ ਹਰਹੀ। ਬਾਰ-ਬਾਰ ਮੱਥਾ ਟੇਕਣ ਬੈਠੇ ਬੈਠੇ ਤੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜੀ। ਬੂਝਨ ਹਿਤ ਗੁਰ ਤਿਸੇ ਅਲਾਇਓ। ਤੇ ਮਹਾਰਾਜ ਅੰਤਰਜਾਮੀ ਜਾਣਦੇ ਤੇ ਹੈਗੇ ਐ, ਪਰ ਗੁਰੂ ਅਮਰਦਾਸ ਜੀ ਨੇ ਨਾ ਭਾਈ ਮਹੇਸ਼ਾ ਜੀ ਨੂੰ ਪੁੱਛਿਆ ਇਸ ਤਰ੍ਹਾਂ। ਕਵਨ ਅਰਥ ਤੂੰ ਚੱਲ ਕਰ ਆਇਓ। ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖਾ ਕੀ ਕਰਨ ਆਇਆ ਇੱਥੇ, ਕੀ ਕੰਮ ਹੈ? ਹੁਣ ਸਾਨੂੰ ਕੋਈ ਪੁੱਛ ਲੈ ਗੁਰਦੁਆਰੇ ਕਿਉਂ ਆਏ ਹੋ ਵੀ, ਤਾਂ ਆਪਣਾ ਬਹੁਤਿਆਂ ਦਾ ਜਵਾਬ ਹੋਏਗਾ ਵੀ ਮੱਥਾ ਟੇਕਣ ਹੀ ਆਏ ਆ, ਪਰ ਇਹਨਾਂ ਦਾ ਸੁਣਿਓ। ਹਾਂਜੀ, ਕਹਾਂ ਬਸੈ ਕਿਸ ਕੋ ਮਤ ਧਾਰ ਹੈ। ਮਹਾਰਾਜ ਕਹਿਣ ਲੱਗੇ ਕਿੱਥੇ ਵਸਦੇ ਹੋ, ਕਿੱਥੇ ਰਹਿੰਦੇ ਹੋ, ਕਿਹਦੀ ਮਤ ਧਾਰਨ ਕੀਤੀ ਹੋਈ ਹੈ। ਮੰਤਰ ਜਾਪ ਕਿਸ ਬਦਨ ਉਚਾਰ ਹੈ। ਆਪਣੇ ਮੁਖ ਤੋਂ ਕਿਸ ਦਾ ਮੰਤਰ ਜਪਦੇ ਹੋ, ਭਾਵ ਕਿਹੜਾ ਮੰਤਰ ਜਪਦੇ ਹੋ। ਹਾਂਜੀ, ਹਾਥ ਜੋੜ ਤਿਨ ਕਹਿਓ ਬੁਝਾਈ। ਤੇ ਭਾਈ ਮਹੇਸ਼ਾ ਜੀ ਨੇ ਪਹਿਲਾਂ ਤੇ ਹੱਥ ਜੋੜੇ ਜੀ। ਗੱਜ ਕੇ ਆਖੋ ਵਾਹਿਗੁਰੂ। ਵੱਡਿਆਂ ਨਾਲ ਗੱਲ ਕਰਨ ਦੀ ਬੜੀ ਸਮੱਤ ਹੋਣੀ ਚਾਹੀਦੀ ਬੰਦੇ ਕੋਲ ਜੀ। ਪਹਿਲਾਂ ਹੱਥ ਜੋੜੇ ਜੀ, ਫਿਰ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਪ੍ਰਭ ਜੀ ਮੈਂ ਆਇਓ ਸ਼ਰਨਾਈ। ਕਹਿਣ ਲੱਗੇ ਮਹਾਰਾਜ ਮੈਂ ਤੇ ਆਪ ਜੀ ਦੀ ਸ਼ਰਨ ਵਿੱਚ ਆਇਆ,
ਅੱਜ ਤੋਂ ਪਹਿਲਾਂ ਨਾ ਕੋਈ ਜਾਪ ਜਪਿਆ ਸੀਗਾ ਜੀ, ਨਾ ਕਿਸੇ ਦੀ ਸਿੱਖੀ ਧਾਰਨ ਕੀਤੀ ਸੀਗੀ ਜੀ। ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਹਾਂਜੀ ਰਾਵਰ ਨਾਮ ਆਸ ਕੋ ਧਰੋਂ। ਮਹਾਰਾਜ ਮੈਂ ਲੋਕਾਂ ਕੋਲੋਂ ਤੁਹਾਡੀ ਸਿਫਤ ਬੜੀ ਸੁਣੀ ਹੈ, ਤੇ ਤੁਹਾਡੀ ਸਿਫਤ ਸੁਣ ਸੁਣੀ ਮੈਂ ਤੁਹਾਡਾ ਪ੍ਰੇਮੀ ਬਣ ਗਿਆ। ਮੈਨੂੰ ਇਸ ਦੁਨੀਆ ਤੇ ਹੋਰ ਕਿਸੇ ਤੇ ਆਸ ਨਹੀਂ ਹੈਗਾ, ਆਸ ਨਹੀਂ ਹੈਗੀ, ਤੁਹਾਡੇ ਤੇ ਹੀ ਹੈਗੀ ਹੈ। ਮਿਟੇ ਸ਼ੋਕ ਭਵ ਸਾਗਰ ਤਰੋਂ। ਗਰੀਬ ਨਵਾਜ਼ ਕਿਰਪਾ ਕਰੋ, ਮੈਨੂੰ ਇਹ ਆਸ ਹੈ ਤੁਹਾਡੀ ਹਜ਼ੂਰੀ ਵਿੱਚ ਆਇਆ ਮੇਰੇ ਦੁੱਖ ਦੂਰ ਹੋ ਜਾਣਗੇ, ਮੈਂ ਭਵ ਸਾਗਰ ਵਿੱਚੋਂ ਤਰ ਜਾਵਾਂਗਾ। ਹਾਂਜੀ ਅਪਰ ਸਬਨ ਤੇ ਆਸ ਮਿਟਾਏ। ਮਹਾਰਾਜ ਮੈਂ ਹੋਰਨਾਂ ਸਾਰਿਆਂ ਦੀਆਂ ਆਸਾਂ ਛੱਡੀਆਂ ਹੋਈਆਂ ਹਨ। ਹਾਂਜੀ ਰਾਹੋਂ ਆਪ ਕੀ ਪਰ ਸ਼ਰਨਾਏ। ਅੱਜ ਤੋਂ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਵੀ ਤੁਹਾਡੀ ਸ਼ਰਨ ਵਿੱਚ ਹੀ ਰਹਿਣਾ ਸਾਂ, ਦਰਸ਼ਨ ਦਾ ਮੌਕਾ ਨਹੀਂ ਸੀ ਮਿਲਿਆ। ਹਾਂਜੀ ਤਬ ਸ਼੍ਰੀ ਸਤਿਗੁਰ ਕਹਿਓ ਸੁਨਾਈ, ਹਮਰੀ ਸ਼ਰਨ ਭਰਿਓ ਨਹਿ ਜਾਈ। ਗੱਜ ਕੇ ਆਖੋ। ਤੇ ਕਈ ਫਿਰ ਉਤੋਂ ਵੀ ਕਹਿ ਦਿੰਦੇ ਜੀ, ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਬੜੀ ਵੱਡੀ ਹੁੰਦੀ ਜੀ, ਉਤੋਂ ਵਾਲਿਆਂ ਨੂੰ ਉਹ ਪ੍ਰਵਾਨ ਨਹੀਂ ਕਰਦੇ ਜੀ। ਮਹਾਰਾਜ ਇਹਦੇ ਕੋਲੋਂ ਪ੍ਰੀਖਿਆ ਲੈ ਰਹੇ ਇਹਦੀ ਜੀ। ਮਹਾਰਾਜ ਕਹਿਣ ਲੱਗੇ ਸਾਡੀ ਸ਼ਰਨ ਵਿੱਚ ਨਹੀਂ ਤੇਰੇ ਕੋਲੋਂ ਪਿਆ ਜਾਣਾ। ਹਾਂਜੀ ਜੇ ਹਮਰੋ ਸਿੱਖ ਹੋਇਓ ਚਾਹੈ। ਜੇ ਤੂੰ ਸਾਡਾ ਸਿੱਖ ਬਣਨਾ ਚਾਹੁੰਦਾ ਹੈ, ਨਹੀਂ ਸੰਪਦਾ ਤੁਝ ਢਿਗ ਰਹੈ। ਤੇ ਮਹਾਰਾਜ ਕਹਿਣ ਲੱਗੇ ਫਿਰ ਤੇਰੇ ਕੋਲ ਧਨ ਦੌਲਤ ਐਸ਼ੋ ਆਰਾਮ ਦਾ ਸਮਾਨ ਕੁਝ ਵੀ ਨਹੀਂ ਹੋ ਰਹਿਣਾ। ਕਹਿਣ ਲੱਗੇ ਹੁਣ ਬੰਦਾ ਤੇ ਗੁਰੂ ਦੀ ਹਜ਼ੂਰੀ ਚ ਆਉਂਦਾ ਵੀ ਮਹਾਰਾਜ ਪੈਸੇ ਦੇਣਗੇ, ਧਨਾੜ ਬਣਾਉਣਗੇ, ਕੰਮ ਕਾਰ ਚੱਲੇਗਾ। ਤੇ ਮਹਾਰਾਜ ਭਾਈ ਮਹੇਸ਼ੇ ਨੂੰ ਕਹਿਣ ਲੱਗੇ ਜੇ ਸਾਡੇ ਕੋਲ ਆਉਣਾ ਤੇ ਕੋਈ ਕੰਮ ਕਾਰ ਨਹੀਂ ਉਹ ਚੱਲਣਾ। ਪ੍ਰੀਖਿਆ। ਹਾਂਜੀ ਨਰ ਉਪਹਾਸ ਕਰਹਿ ਸਮਝਾਵਹਿ, ਦੁਖੀ ਹੋਏ ਪੁਨ ਬਹੁ ਪਛਤਾਵੈ। ਲੋਕ ਤੇਰਾ ਮਜ਼ਾਕ ਵੀ ਉਡਾਉਣਗੇ, ਲੋਕ ਤੈਨੂੰ ਸਮਝਾਉਣਗੇ ਵੀ ਸਿੱਖੀ ਛੱਡ ਦੇ, ਤੇ ਫਿਰ ਤੂੰ ਦੁਖੀ ਹੋਏਗਾ, ਪਛਤਾਵੇਂਗਾ। ਹਾਂਜੀ ਸੁਨਤ ਮਹੇਸ਼ੇ ਤਬੈ ਉਚਾਰਿਓ। ਹੁਣ ਇਹ ਸੋਚੋ, ਸਾਨੂੰ ਕਿਸੇ ਨੇ ਆਖਿਆ ਹੋਏ ਵੀ ਤੂੰ ਸਿੱਖੀ ਧਾਰਨ ਕਰੇਗਾ ਤਾਂ ਤੇਰੇ ਘਰ ਮਾਇਆ ਨਹੀਂ ਹੋ ਰਹਿਣੀ। ਕਈ ਮਾਇਆ ਦੇ ਬਦਲੇ ਹੀ ਸਾਧ ਸੰਗਤ ਜੀ ਧਰਮ ਬਦਲੀ ਜਾਂਦੇ ਐ। ਗੱਜ ਕੇ ਆਖੋ ਵਾਹਿਗੁਰੂ। ਭਾਈ ਮਹੇਸ਼ਾ ਜੀ ਨੂੰ ਮਹਾਰਾਜ ਨੇ ਕਿਹਾ ਵੀ ਤੇਰੇ ਕੋ ਰਹਿਣਾ ਨਹੀਂ ਉਹ ਕੁਝ, ਵੇਖ ਲੈ ਜੇ ਮਨਜ਼ੂਰ ਹੈ ਤੇ ਭਾਈ ਮਹੇਸ਼ਾ ਜੀ ਅੱਗੋਂ ਕਹਿਣ ਲੱਗੇ ਤਨ ਮਨ ਧਨ ਤੁਮਰੇ ਪਰਵਾਰਿਓ। ਮਹਾਰਾਜ ਮੇਰਾ ਸਰੀਰ ਮਾਇਆ ਤੇ ਸੱਚੇ ਪਾਤਸ਼ਾਹ ਮਨ ਸਾਰਾ ਕੁਝ ਮੈਂ ਤੁਹਾਨੂੰ ਦੇ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਨਾਸ਼ ਹੋਏ ਤਾਂ ਚਾਹੋ ਨਾ ਕੋ, ਤੁਮਰੋ ਪ੍ਰੇਮ ਕਰੋ ਦ੍ਰਿੜ ਸੋ। ਇਹ ਨਾਸ਼ ਹੀ ਹੋਣੇ ਆ, ਸਰੀਰ ਵੀ ਨਾਸ਼ ਹੋਣਾ, ਮਾਇਆ ਵੀ ਨਾਸ਼ ਹੋਣੀ ਹੈ। ਇਸ ਕਰਕੇ ਮਹਾਰਾਜ ਮੈਂ ਤੁਹਾਨੂੰ ਦੇ ਦਿੱਤੀ। ਕਈ ਗੁਰਮੁਖ ਪ੍ਰੇਮੀ ਬੜੇ ਬੜੇ ਦਾਨੀ ਹੈਗੇ ਜੀ, ਜਿਨ੍ਹਾਂ ਸਮਝਿਆ ਜੀ ਵੀ ਇਹ ਕੁਝ ਵੀ ਨਹੀਂ ਹੈਗਾ ਜੀ, ਉਹ ਦਾਨ ਪੁੰਨ ਕਰਦੇ ਜੀ, ਸੰਗਤਾਂ ਨੂੰ ਲੰਗਰ ਛਕਾਉਂਦੇ ਆ, ਭਲੇ ਦੇ ਕੰਮ ਕਰਦੇ ਆ। ਭਾਈ ਮਹੇਸ਼ਾ ਜੀ ਕਹਿਣ ਲੱਗੇ ਮਹਾਰਾਜ ਮੈਂ ਸਾਰਾ ਕੁਝ ਪਹਿਲਾਂ ਹੀ ਤੁਹਾਨੂੰ ਦਿੱਤਾ ਹੋਇਆ। ਹਾਂਜੀ ਸਭ ਦੇਸ਼ ਤੇ ਮੈਂ ਤਿਆਗੀ ਆਸ। ਮਹਾਰਾਜ ਮੈਂ ਹੋਰ ਸਾਰੇ ਬੰਨੋਂ ਆਸ ਛੱਡ ਦਿੱਤੀ ਹੈ। ਨਿਜ ਚਰਨਨ ਮੈਂ ਦੇਹੋ ਨਿਵਾਸ। ਬਸ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਗੱਜ ਕੇ ਆਖੋ ਵਾਹਿਗੁਰੂ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਗੱਜ ਕੇ ਆਖੋ ਵਾਹਿਗੁਰੂ। ਧੰਨ ਨੇ ਭਾਈ ਮਹੇਸ਼ਾ ਜੀ। ਕਹਿੰਦੇ ਮਹਾਰਾਜ ਤੁਹਾਡੇ ਚਰਨਾਂ 'ਚ ਥਾਂ ਚਾਹੀਦੀ ਹੈ।
ਹਾਂਜੀ। ਦ੍ਰਿੜ ਨਿਸ਼ਚਾ ਦੇਖਿਓ ਜਿਸ ਕਾਲਾ, ਨਿਜ ਕਰ ਧਰਿਓ ਤਿਸੀ ਕੋ ਭਾਲਾ। ਜਦੋਂ ਮਹਾਰਾਜ ਨੇ ਵੇਖਿਆ ਵੀ ਭਾਈ ਮਹੇਸ਼ਾ ਪੱਕਾ ਹੈ ਜੀ, ਉਤੋਂ ਨਹੀਂ ਗੱਲ ਕਰਨ ਵਾਲਾ, ਮਨੋਂ ਕਰ ਰਿਹਾ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਨਾ ਜੀ ਫਿਰ ਭਾਈ ਮਹੇਸ਼ਾ ਜੀ ਤੇ ਮਿਹਰ ਕੀਤੀ ਜੀ। ਪਤਾ ਕੀ ਕੀਤਾ ਜੀ? ਨਿਜ ਕਰ ਧਰਿਓ ਤਿਸੀ ਕੋ ਭਾਲਾ। ਮਹਾਰਾਜ ਕਹਿੰਦੇ ਫਿਰ ਅੱਗੇ ਆ। ਭਾਈ ਮਹੇਸ਼ਾ ਜੀ ਅੱਗੇ ਆਏ, ਮਹਾਰਾਜ ਨੇ ਸਿਰ ਤੇ ਹੱਥ ਰੱਖ ਦਿੱਤਾ ਜੀ, ਤੇ ਹੋਇਆ ਕੀ? ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਜਦੋਂ ਸਿਰ ਤੇ ਹੱਥ ਰੱਖੇ, ਪਿਆਰਿਓ ਵੇਖਣ ਨੂੰ ਇਹੋ ਹੀ ਹੈ ਵੀ ਸਿਰ ਅੱਗੇ ਕੀਤਾ, ਹੱਥ ਰੱਖਤਾ, ਪਰ ਨਹੀਂ, ਸਤਿਗੁਰਾਂ ਦੇ ਹੱਥਾਂ ਰਾਹੀਂ ਜਿਹੜੀ ਬਖਸ਼ਿਸ਼ ਸੀ ਨਾ, ਉਹ ਭਾਈ ਮਹੇਸ਼ੇ ਦੇ ਅੰਦਰ ਪ੍ਰਵੇਸ਼ ਕਰ ਗਈ ਜੀ। ਕੀ ਕੀਤਾ? ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਹਾਂਜੀ। ਸਤਨਾਮ ਕੋ ਮੰਤਰ ਜਪਾਵਾ। ਮਹਾਰਾਜ ਕਹਿੰਦੇ ਜਪ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ। ਇਹ ਜਾਪ ਜਪਵਾਇਆ ਮਹਾਰਾਜ ਨੇ। ਸਿੱਖ ਨੇ ਦ੍ਰਿੜ ਕੀਨਸ ਸੁਖ ਪਾਵਾ। ਉਸ ਸਿੱਖ ਨੇ ਦ੍ਰਿੜ ਕਰ ਲਿਆ ਜੀ। ਉਸ ਦਿਨ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਪਿਆ ਜਾਪ, ਤੇ ਭਾਈ ਮਹੇਸ਼ਾ ਜੀ ਦੀ ਆਤਮਾ ਸੁਖੀ ਹੋ ਗਈ ਜੀ। ਹਾਂਜੀ। ਬਾਹਰ ਕਸੌਟੀ ਮੈਂ ਸੋ ਕਸਿਓ, ਕੇਤਕ ਦਿਨ ਮੈਂ ਸਭ ਧਨ ਨਸਿਓ। ਜਦੋਂ ਸਤਨਾਮ 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 ਜਪਦੇ ਗਏ, ਤੇ ਥੋੜੇ ਦਿਨਾਂ ਵਿੱਚ ਹੀ ਮਾਇਆ ਸਾਰੀ ਨਿਕਲ ਗਈ ਜੀ ਉੱਥੋਂ। ਮਾਇਆ ਨਹੀਂ ਰਹੀ ਜੀ ਉੱਥੇ। ਹਾਂਜੀ। ਜਿਸ ਜਿਸ ਕਾਰ ਬਿਖੈ ਜਹ ਦੀਨ, ਤਹ ਸਭ ਨਾਸ਼ਿਓ ਭਇਓ ਬਹੀਨ। ਉਹ ਮਹਾਰਾਜ ਨੇ ਕਿਹਾ ਸੀ, ਪ੍ਰੀਖਿਆ ਲੈਣੀ ਸੀ ਸੱਚੇ ਪਾਤਸ਼ਾਹ ਜੀ ਨੇ। ਜਿਸ ਜਿਸ ਬੰਨੇ ਭਾਈ ਮਹੇਸ਼ੇ ਨੇ ਕੰਮਕਾਰ ਤੇ ਮਾਇਆ ਲਾਈ, ਸਾਰੀ ਮੁੱਕ ਗਈ ਜੀ। ਗੱਲ ਬਣੇ ਕੋਈ ਨਾ ਜੀ। ਹਸਨ ਲੱਗੇ ਨਰ ਇਹ ਕਿਆ ਕੀਨੋ। ਉਹ ਗੁਰੂ ਸਾਹਿਬ ਦਾ ਬਚਨ ਸੱਚਾ ਹੋਇਆ ਜੀ। ਲੋਕ ਹੱਸਣ ਲੱਗ ਪਏ, ਚੰਗਾ ਸਿੱਖ ਬਣਿਆ। ਹਾਂ। ਸਿੱਖ ਹੋਏ ਤੈਂ ਕਿਆ ਕਿਤਲੀਨੋ। ਸਿੱਖ ਹੋ ਕੇ ਕੀ ਪ੍ਰਾਪਤ ਕੀਤਾ ਤੂੰ? ਤੇਰੇ ਤੋਂ ਜੋ ਪਹਿਲਾਂ ਸੀ ਤੂੰ ਉਹ ਵੀ ਨਾਸ਼ ਕਰਾ ਬੈਠਾ ਹੈ। ਲੋਕ ਇਹੋ ਜਿਹੇ ਸਮੇਂ ਜ਼ਿਆਦਾ ਗੱਲਾਂ ਕਰਦੇ ਜੀ। ਘਰ ਤੇ ਸੰਪਦ ਭਈ ਵਿਨਾਸ਼। ਘਰ ਦੀ ਸਾਰੀ ਸੰਪਤੀ ਤੇਰੀ ਨਾਸ਼ ਹੋ ਗਈ ਹੈ। ਅੰਨ ਬਸਤਰ ਕੀ ਤੋਟ ਨਾ ਪਾਸ। ਅੰਨ ਬਸਤਰ ਦੀ ਤੋਟ ਹੈ, ਖਾਣ ਤੱਕ ਨੂੰ ਨਹੀਂ ਰਿਹਾ ਜੀ ਭਾਈ ਮਹੇਸ਼ੇ ਦੇ ਘਰ ਜੀ। ਪਾਉਣ ਵਾਸਤੇ ਲੀੜੇ ਨਾ ਰਹੇ ਜੀ। ਬੜੀ ਤੋਟ ਪੈ ਗਈ ਜੀ, ਗਰੀਬੀ ਬਹੁਤ ਜ਼ਿਆਦਾ ਆ ਗਈ। ਸੁਨਤ ਮਹੇਸ਼ੇ ਸਭ ਸੋ ਕਹਿਓ। ਤੇ ਲੋਕ ਕਹਿੰਦੇ ਐ, ਮਹੇਸ਼ਿਆ ਸਿੱਖੀ ਬਣ ਕੇ ਕੀ ਮਿਲਿਆ? ਸਿੱਖ ਬਣ ਕੇ ਕੀ ਮਿਲਿਆ ਤੈਨੂੰ? ਸਿੱਖੀ ਲੈ ਕੇ ਕੀ ਖਟਿਆ ਈ? ਤੇ ਭਾਈ ਮਹੇਸ਼ਾ ਜੀ ਇਹ ਕਹਿੰਦੇ ਆ, ਮੈਂ ਗੁਰ ਊਚ ਪ੍ਰੇਮ ਪਦ ਲਹਿਓ। ਕਹਿੰਦੇ ਸਿੱਖੀ ਪ੍ਰਾਪਤ ਕਰਕੇ ਕੀ ਮਿਲਿਆ? ਤੇ ਭਾਈ ਮਹੇਸ਼ਾ ਜੀ ਕਹਿੰਦੇ ਸਿੱਖੀ ਪ੍ਰਾਪਤ ਕਰਕੇ ਮੈਨੂੰ ਗੁਰੂ ਦਾ ਪਿਆਰ ਮਿਲਿਆ ਹੈ ਜੀ। ਪਿਆਰ ਮਿਲਿਆ। ਮੈਂ ਗੁਰੂ ਜੀ ਤੋਂ ਉੱਚੀ ਪ੍ਰੇਮ ਦੀ ਪਦਵੀ ਪ੍ਰਾਪਤ ਕੀਤੀ ਹੈ। ਵੇਖ ਲੋ, ਜਿਹਨੂੰ ਪ੍ਰੇਮ ਦਾ ਰਸ ਪਤਾ ਲੱਗ ਗਿਆ ਜੀ। ਹਾਂਜੀ। ਜੋ ਕਬਹੂ ਨਹਿ ਬਿਨ ਸੰਹਾਰਾ। ਪੈਸੇ ਦੀ ਕਾਹਦੀ ਗੱਲ ਹੈਗੀ ਹੈ? ਮਾਇਆ ਅੱਜ ਹੈ, ਕੱਲ ਨਾਸ ਹੋ ਜਾਏਗੀ। ਪਰ ਜਿਹੜਾ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਪ੍ਰੇਮ ਬਖਸ਼ਿਸ਼ ਕਰ ਦਿੱਤਾ ਹੈ ਨਾ, ਇਹਦਾ ਨਾਸ ਨਹੀਂ ਹੋਣਾ। ਹਾਂਜੀ। ਜੋ ਦੁੱਖ ਸਾਗਰ ਤੇ ਕਰੈ ਉਦਾਰਾ। ਤੇ ਇਹੋ ਹੀ ਦੁੱਖਾਂ ਦੇ ਸਾਗਰ ਤੋਂ ਉਧਾਰ ਕਰ ਦੇਗਾ ਮੇਰਾ। ਠੀਕ ਹੈ, ਦੁੱਖ ਆ ਗਿਆ, ਪਰ ਮੇਰੇ ਕੋਲ ਨਾਮ ਹੈ। ਕੱਲ ਵਾਲੀ ਗੱਲ ਜੀ। ਸਭ ਤੋਂ ਕੀਮਤੀ ਦਾਤ ਮਿਲੀ ਜੀ, ਕਿਹੜੀ? ਹਰ ਹਰ ਨਾਮ ਅਪਾਰ ਅਮੋਲੀ।
ਹਰ ਹਰ ਨਾਮ ਅਪਾਰ ਅਮੋਲੀ, ਹਰ ਹਰ ਨਾਮ ਅਪਾਰ ਅਮੋਲੀ, ਹਰ ਹਰ ਨਾਮ ਅਪਾਰ ਅਮੋਲੀ। ਭਾਈ ਮਹੇਸ਼ਾ ਜੀ ਕਹਿਣ ਲੱਗੇ, ਮੈਨੂੰ ਗੁਰੂ ਜੀ ਦਾ ਪਿਆਰ ਮਿਲਿਆ, ਨਾਮ ਮਿਲਿਆ, ਫਿਰ ਕੀ ਹੋਇਆ ਜੇ ਨਹੀਂ ਰਿਹਾ ਕੁਝ ਤੇ। ਹਾਂਜੀ, ਇਹੋ ਸੰਪਦ ਮਿਥਿਆ ਸਮ ਸੁਪਨੇ। ਇਹ ਤੇ ਸੁਪਨੇ ਵਰਗੀ ਹੈਗੀ ਆ। ਵੇਖ ਲੋ ਅਵਸਥਾ, ਜਿਵੇਂ ਸੁਪਨਾ ਆਉਂਦਾ ਹੈ ਪੱਕਾ ਨਹੀਂ ਰਹਿੰਦਾ, ਮਾਇਆ ਵੀ ਸੁਪਨੇ ਵਰਗੀ ਹੈਗੀ ਜੀ। ਵੇਖੋ ਨਾ ਜੀ, ਕੱਲ ਤੱਕ ਲੱਖਾਂ ਜੋੜੇ ਜੀ, ਇੱਕਦਮ ਕੋਈ ਕੰਮ ਪੈ ਗਿਆ, ਲੱਖਾਂ ਹੀ ਖਾਲੀ ਹੋ ਗਏ ਜੀ। ਹਾਂਜੀ, ਕਿਮ ਪਰਲੋਕ ਲੇਤ ਸੰਗ ਆਪਣੇ। ਕਹਿਣ ਲੱਗੇ ਪਿਆਰਿਓ, ਜਿਹੜੀ ਇੱਥੇ ਹੀ ਨਹੀਂ ਚੰਗੀ ਤਰ੍ਹਾਂ ਸਾਥ ਦਿੰਦੀ, ਮੇਰਾ ਪਰਲੋਕ 'ਚ ਕਿਵੇਂ ਸਾਥ ਦੇਏਗੀ। ਤੁਸੀਂ ਇੱਥੋਂ ਅੰਦਾਜ਼ਾ ਲਾਓ ਭਾਈ ਮਹੇਸ਼ਾ ਜੀ ਦੀ ਕਿੰਨੀ ਉੱਚੀ ਅਵਸਥਾ ਬਣ ਗਈ ਹੋਏਗੀ ਜੀ। ਏਕ ਬਾਰ ਇਹੋ ਵਿਯੋਗ ਉਦੋਤੇ, ਜੀਵਤ ਜਾਤ ਕੇ ਮ੍ਰਿਤਕ ਹੋਤੇ। ਹਾਂਜੀ, ਗੁਰ ਪੰਕਜ ਗੁਰ ਪਗ ਪੰਕਜ ਜੇ ਮਨ ਲਾਗੇ, ਹਲਤ ਪਲਤ ਕੇ ਸੰਕਟ ਭਾਗੇ। ਗੱਜ ਕੇ ਆਖੋ ਵਾਹਿਗੁਰੂ। ਭਾਈ ਮਹੇਸ਼ਾ ਜੀ ਕਹਿੰਦੇ ਪਿਆਰਿਓ, ਇੱਕ ਨਾ ਇੱਕ ਦਿਨ ਤੇ ਮਾਇਆ ਤੋਂ ਵਿਛੋੜਾ ਪੈਣਾ ਹੀ ਹੈ ਜੀ। ਜਿੰਦਿਆਂ ਜੀ ਨਹੀਂ ਪਿਆ ਤੇ ਮਰਨ ਤੋਂ ਬਾਅਦ ਪੈ ਜਾਏਗਾ। ਕਰੋੜਾਂ ਰੁਪਈਏ ਬੈਂਕ 'ਚ ਹੋਣ, ਮਰਨ ਤੋਂ ਬਾਅਦ ਬੰਦਾ ਆਪ ਨਹੀਂ ਵਰਤ ਸਕਦਾ ਜੀ। ਇੱਕ ਨਾ ਇੱਕ ਦਿਨ ਤੇ ਵਿਛੋੜਾ ਪੈਣਾ ਹੀ ਹੈ ਪੈਸਿਆਂ ਤੋਂ। ਉਹ ਇੱਕ ਕਵੀ ਲਿਖਦਾ ਹੈ, ਕਹਿੰਦਾ ਹੈ, ਚਾਹੇ ਜਿਤਨੇ ਮਰਜ਼ੀ ਇਕੱਠੇ ਕਰ ਲੋ ਹੀਰੇ ਮੋਤੀ, ਮਗਰ ਯਾਦ ਰੱਖਣਾ ਕਫਨ ਮੇਂ ਜੇਬ ਨਹੀਂ ਹੋਤੀ। ਇੱਕ ਵੀ ਨਹੀਂ ਨਾਲ ਜਾਣਾ ਜੀ, ਵਿਛੋੜਾ ਪੈਣਾ। ਏਕ ਬਾਰ ਇਹੋ ਵਿਯੋਗ ਉਦੋਤੇ, ਜੀਵਤ ਜਾਤ ਕੇ ਮ੍ਰਿਤਕ ਹੋਤੇ। ਕਈਆਂ ਦਾ ਜਿੰਦਿਆਂ ਜੀ ਮਾਇਆ ਛੱਡ ਜਾਂਦੀ, ਕਈਆਂ ਨੂੰ ਮੌਤ ਤੋਂ ਬਾਅਦ ਤੇ ਸਾਰੇ ਹੀ ਛੱਡਦੇ ਆ। ਪਰ ਗੁਰ ਪਗ ਪੰਕਜ ਜੇ ਮਨ ਲਾਗੇ, ਜੇ ਮਨ ਗੁਰੂ ਜੀ ਦੇ ਪਿਆਰ ਵਿੱਚ ਲੱਗ ਜੇ ਨਾ, ਹਲਤ ਭਲਤ ਸੰਕਟ ਸਭ ਭਾਗੇ। ਤੇ ਲੋਕ ਪਰਲੋਕ ਵਿੱਚ ਗੁਰੂ ਸਾਹਿਬ ਇੱਜ਼ਤ ਰੱਖਦੇ, ਸੰਕਟ ਦੂਰ ਕਰ ਦਿੰਦੇ ਜੀ। ਹਾਂਜੀ, ਮਿਥਿਆ ਸੰਪਤ ਨਾਸ਼ ਭਈ ਹੈ। ਕਹਿੰਦੇ ਚੰਗਾ ਹੋਇਆ ਇਹ ਝੂਠੀ ਸੰਪਤੀ ਸੀ, ਗੁਰੂ ਦੇ ਚਰਨਾਂ 'ਚ ਲੱਗ ਕੇ ਨਾਸ਼ ਹੋ ਗਈ। ਗੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਗੁਰਮੁਖ ਪਤਾ ਕੀ ਕਹਿੰਦੇ ਆ? ਕਹਿੰਦੇ ਹਰ ਬੰਦੇ ਦੀਆਂ ਦੋ ਫਾਈਲਾਂ ਨੇ, ਦੋ ਫਾਈਲਾਂ। ਇੱਕ 'ਚ ਦੁੱਖ ਨੇ, ਇੱਕ 'ਚ ਸੁੱਖ ਨੇ। ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਬੰਦਾ ਆਉਂਦਾ ਹੈ ਨਾ, ਪਹਿਲਾਂ ਮਹਾਰਾਜ ਉਹਦੇ ਦੁੱਖ ਹੀ ਖਤਮ ਕਰਦੇ ਆ। ਕਹਿੰਦੇ ਨਾਮ ਜਪਦਿਆਂ ਮਾੜਾ ਮੋਟਾ ਦੁੱਖ ਆਵੇ ਤਾਂ ਸਹਿ ਲਿਆ ਕਰੋ। ਕਿਉਂ? ਸਮਝਿਆ ਕਰੋ ਮਹਾਰਾਜ ਸਾਨੂੰ ਇੱਥੇ ਦੁੱਖ ਦੇ ਰਹੇ ਆ, ਅਗਲੇ ਸੁੱਖ ਦੀ ਤਿਆਰੀ ਕਰਾ ਰਹੇ ਆ। ਇਹ ਹੁਣੇ ਹੀ ਕਰਮ ਮਿਟ ਜਾਣ ਚੰਗਾ, ਨਹੀਂ ਤੇ ਅੱਗੇ ਅੱਗੇ ਭੁਗਤਣੇ ਪੈਂਦੇ ਆ। ਭਾਈ ਮਹੇਸ਼ਾ ਜੀ ਕਹਿੰਦੇ ਚੰਗਾ ਹੋਇਆ ਹੁਣੇ ਹੀ ਨਾਸ਼ ਹੋ ਗਈ ਹੈ। ਹਾਂਜੀ, ਸਾਚੀ ਸਤਿਗੁਰ ਸ਼ਰਨ ਲਈ ਹੈ। ਘੱਟੋ ਘੱਟ ਮੈਂ ਆਪਣੇ ਸੱਚੇ ਗੁਰੂ ਦੀ ਤੇ ਸ਼ਰਨ ਵਿੱਚ ਹੈਗਾ ਨਾ, ਮੇਰੇ ਗੁਰੂ ਦਾ ਤੇ ਮੇਰੇ ਤੇ ਆਸ਼ੀਰਵਾਦ ਹੈਗਾ ਨਾ। ਪਰਮਾਨੰਦ ਭਇਓ ਅਬ ਭਾਉ ਨਾ। ਭਾਈ ਮਹੇਸ਼ਾ ਜੀ ਕਹਿਣ ਲੱਗੇ ਪਿਆਰਿਓ, ਹੁਣ ਮੈਂ ਪਰਮ ਆਨੰਦ ਵਿੱਚ ਹੈਗਾ, ਮੈਨੂੰ ਡਰ ਕੋਈ ਨਹੀਂ ਹੈਗਾ। ਹਾਏ ਮਾਇਆ ਚਲੇਗੀ, ਇਹੋ ਜੀ ਕੋਈ ਫਿਕਰ ਨਹੀਂ ਹੈਗੀ। ਹਾਂਜੀ, ਇਮ ਕਹੈ ਸਭ ਸੰਗ ਠਾਨੀ ਮਾਨ। ਲੋਕਾਂ ਨੇ ਇਹ ਗੱਲਾਂ ਸੁਣੀਆਂ, ਭਾਈ ਮਹੇਸ਼ਾ ਜੀ ਇਹ ਗੱਲ ਕਹਿ ਕੇ ਚੁੱਪ ਹੋ ਗਏ ਜੀ। ਕਹਿੰਦੇ ਮੈਨੂੰ ਮਾਇਆ ਨਹੀਂ ਚਾਹੀਦੀ, ਮੈਨੂੰ ਗੁਰੂ ਸਾਹਿਬ ਚਾਹੀਦੇ ਆ। ਤੇ ਮਹਾਰਾਜ ਦੀ ਬਾਣੀ 'ਚ ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਸਤਿਗੁਰੂ ਜੀ ਕੋਲੋਂ ਨਾਮ ਨਹੀਂ ਅਸੀਂ ਮੰਗਦੇ, ਸਤਿਗੁਰੂ ਜੀ ਦੇ ਕੋਲੋਂ ਅਸੀਂ ਸਤਿਗੁਰੂ ਜੀ ਦਾ ਪਿਆਰ ਨਹੀਂ ਨਾ ਮੰਗਦੇ, ਜੋ ਮੰਗਦੇ ਆ ਦੁੱਖ ਹੀ ਨੇ ਸਾਰੇ ਜੀ। ਇਹਨਾਂ ਨਾਲ ਰੱਜ ਥੋੜੀ ਆ ਜਾਂਦਾ।
ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਜੇ ਮੰਗਣਾ ਤੇ ਨਾਮ ਮੰਗੋ। ਨਾਮ ਜਪਣ ਵਾਲਿਆਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ। ਵੇਖ ਲਓ ਭਾਈ ਮਹੇਸ਼ਾ ਜੀ ਦੀਆਂ ਭੁੱਖਾਂ ਦੂਰ ਹੋਈਆਂ ਕਿ ਨਹੀਂ ਹੋਈਆਂ ਜੀ। ਤੇ ਮੈਂ ਵੇਖਿਆ ਨਾਮ ਨਹੀਂ ਜਪਦੇ, ਕਰੋੜਾਂ ਰੁਪਈਏ ਹੋਣ ਦੇ ਬਾਵਜੂਦ ਵੀ ਭੁੱਖੇ ਹੀ ਨੇ ਜੀ ਉਹ। ਤੇ ਮੈਂ ਉਹ ਵੀ ਵੇਖਿਆ ਨਾਮ ਜਪਦੇ ਆ, ਮਾਇਆ ਥੋੜੀ ਜਿਹੀ ਪਰ ਪਾਤਸ਼ਾਹ ਬਣੇ ਹੋਏ ਜੀ ਉਹ। ਮਨ ਜੂ ਆਨੰਦ ਵਿੱਚ ਹੈਗਾ ਜੀ। ਬਹੁ ਉਪਹਾਸ ਕਰਤ ਰਹਿ ਲੋਗ। ਲੋਕਾਂ ਨੂੰ ਕੀ ਪਤਾ ਸੀਗਾ ਜੀ, ਲੋਕੀ ਭਾਈ ਮਹੇਸ਼ੇ ਦਾ ਮਜ਼ਾਕ ਕਰਦੇ ਰਹੇ ਜੀ। ਲਓ ਗੁਰੂ ਕੋਲ ਜਾ ਕੇ ਕੀ ਖੱਟਿਆ ਇਹਨੇ। ਕਰਤ ਨਹੀਂ ਮਨ ਹਰਖ ਕੇ ਸੋਗ। ਪਰ ਭਾਈ ਮਹੇਸ਼ਾ ਜੀ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ ਜੀ। ਆਪਣੀ ਲੀਏ ਤੁਰੇ ਆ, ਸਤਨਾਮ ਦਾ ਜਾਪ ਕਰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰ ਪ੍ਰੇਮ ਬਿਖੈ ਮਸਤਾਨਾ। ਲਓ ਜੀ ਕਰਦਿਆਂ ਕਰਦਿਆਂ ਭਾਈ ਸਾਹਿਬ ਦੀ ਅਵਸਥਾ ਮਸਤਾਨੇ ਵਾਲੀ ਹੋ ਗਈ ਜੀ। ਮਹਾਰਾਜ ਦੇ ਪ੍ਰੇਮ ਵਿੱਚ ਨਾ ਮਸਤਾਨੇ ਹੋ ਗਏ ਜੀ। ਹਾਂਜੀ। ਸਿਮਰਨ ਸਤਨਾਮ ਕੋ ਠਾਨਾ। ਤੇ ਬਸ ਸਦਾ ਸਤਨਾਮ ਸਤਨਾਮ ਜਪਦੇ ਆ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਪੁੰਨ ਗੁਰ ਦਰਸ਼ਨ ਕੋਲ ਚਲ ਆਇਓ। ਫਿਰ ਇੱਕ ਦਿਨ, ਹੁਣ ਕੋਈ ਮਾਇਆ ਨਹੀਂ ਰਹੀ ਜੀ, ਕੁਝ ਨਹੀਂ ਰਿਹਾ। ਇੱਕ ਦਿਨ ਭਾਈ ਮਹੇਸ਼ਾ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਜੀ। ਹਾਥ ਜੋੜ ਕਰ ਸੀਸ ਨਿਵਾਇਓ। ਭਾਈ ਮਹੇਸ਼ਾ ਜੀ ਨੇ ਨਾ ਆ ਕੇ ਹੱਥ ਜੋੜ ਕੇ ਮੱਥਾ ਟੇਕਿਆ। ਹਾਂਜੀ। ਦੁਰਲਭ ਭਇਓ ਦੇਖ ਕਰ ਤਾਹੀਂ। ਸਰੀਰ ਕਮਜ਼ੋਰ ਹੋਇਆ ਪਿਆ ਜੀ। ਕਿਉਂ? ਛਕਣ ਨੂੰ ਕੁਝ ਨਹੀਂ ਹੈ, ਸਰੀਰ ਕਮਜ਼ੋਰ ਹੋ ਗਿਆ, ਪਰ ਮਨ ਚੜ੍ਹਦੀ ਕਲਾ 'ਚ ਹੈ। ਚਿਹਰਾ ਕਮਜ਼ੋਰ ਨਹੀਂ ਹੋਇਆ ਜੀ। ਪਰ ਮਹਾਰਾਜ ਨੇ ਵੇਖਿਆ ਵੀ ਮਹੇਸ਼ੇ ਦਾ ਤੇ ਸਰੀਰ ਕਮਜ਼ੋਰ ਹੋ ਗਿਆ। ਹਾਂਜੀ। ਕਿਰਪਾ ਕਰੀ ਸ੍ਰੀ ਗੁਰ ਮਨ ਮਾਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਨੇ ਨਾ ਆਪਣੇ ਮਨ ਹੀ ਮਨ ਵਿੱਚ ਵਿਚਾਰ ਕੀਤੀ ਸੀ। ਵਿਚਾਰ ਕੀ ਕਰਨੀ ਸੀ, ਕਿਰਪਾ ਹੀ ਕੀਤੀ ਸੱਚੇ ਪਾਤਸ਼ਾਹ ਨੇ। ਹਾਂਜੀ। ਸਿੱਖ ਨੇ ਸਹਿਓ ਕਸੌਟੀ ਤਾਓ। ਮਹਾਰਾਜ ਨੇ ਵਿਚਾਰ ਕੀਤੀ, ਇਸ ਸਿੱਖ ਨੇ ਸਿੱਖੀ ਦੀ ਕਸੌਟੀ ਦਾ ਤਾਪ ਸਹਿ ਲਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਸਿੱਖੀ ਦੀ ਕਸੌਟੀ ਕੀ ਹੈ? ਪਹਿਲਾਂ ਪਹਿਲਾਂ ਮਹਾਰਾਜ ਦੁੱਖ ਦਿੰਦੇ ਹੈ। ਇਹਨੂੰ ਗਲਤ ਨਾ ਲੈ ਲਿਓ ਵਾਹਿਗੁਰੂ। ਭਾਵ ਜਿਹੜੇ ਕਰਮਾਂ 'ਚ ਦੁੱਖ ਲਿਖੇ ਹੁੰਦੇ ਆ ਨਾ, ਸਤਿਗੁਰੂ ਪਹਿਲਾਂ ਉਹ ਮੁਕਾ ਦਿੰਦੇ ਆ। ਪਰ ਬੰਦਾ ਉਹ ਮਾੜੇ ਜਿਹੇ ਜਿਹੜੇ ਦੁੱਖ ਲਿਖੇ ਹੁੰਦੇ ਆ, ਬੰਦਾ ਉਹਨਾਂ ਨੂੰ ਵੇਖ ਵੇਖ ਕੇ ਤੇ ਹੋਰ ਦੁਖੀ ਹੋਈ ਜਾਂਦਾ ਜੀ। ਇਸ ਕਰਕੇ ਜਿਹੜੇ ਗਿਆਨਵਾਨ ਨੇ, ਅਵਸਥਾ ਵਾਲੇ ਨੇ, ਗੁਰਮੁਖ ਨੇ, ਉਹ ਦੁੱਖ ਸੁੱਖ ਵਿੱਚ ਬਰਾਬਰ ਰਹਿੰਦੇ ਆ ਜੀ। ਉਹ ਦੁੱਖ ਸੁੱਖ ਸਮ ਕਰ ਨਾਮ ਨਾ ਛੋਡੋ। ਉਹ ਨਾਮ ਨਹੀਂ ਛੱਡਦੇ। ਮਹਾਰਾਜ ਨੇ ਵੇਖਿਆ ਇਹਨੇ ਕਸੌਟੀ ਸਹਿ ਲਈ ਹੈ। ਹਾਂਜੀ। 12 ਬੇਨੀ ਭਾਓ ਭਇਓ ਸੁ ਭਾਊ। ਤੇ ਜਿਵੇਂ ਸੋਨਾ ਸਾਧ ਸੰਗਤ ਦੀ ਸ਼ੁੱਧ ਹੋ ਜਾਂਦਾ, ਕਸੌਟੀਆਂ ਸਹਿ ਸਹਿ ਕੇ ਐਵੇਂ ਇਹ ਵੀ ਸ਼ੁੱਧ ਹੋ ਗਿਆ। ਠੋਕਰ ਲੱਗਦੀ ਨਹੀਂ ਨਾ ਜਿੰਨਾ ਚਿਰ, ਉਹਨਾਂ ਚਿਰ ਤੱਕ ਬੰਦੇ ਨੂੰ ਅਕਲ ਨਹੀਂ ਆਉਂਦੀ। ਗੱਜ ਕੇ ਆਖੋ ਵਾਹਿਗੁਰੂ। ਪਰ ਸਿੱਖੀ ਦੇ ਰਸਤੇ ਤੇ ਕੀ ਹੈ, ਜਦੋਂ ਦੁੱਖ ਆਉਂਦੇ ਆ, ਮਨ ਗੁਰੂ ਸਾਹਿਬ ਨਾਲ ਜੁੜਿਆ ਹੋਵੇ, ਬੰਦਾ ਹੋਰ ਪੱਕਾ ਹੋਈ ਜਾਂਦਾ ਜੀ। ਮਾੜਾ ਬੰਦਾ ਟੁੱਟ ਜਾਂਦਾ, ਲਓ ਜੀ ਦੁੱਖ ਆ ਗਏ ਜੀ। ਤੇ ਮੈਂ ਤੁਹਾਨੂੰ ਸੱਚ ਦੱਸਾਂ, ਮੈਨੂੰ ਕਈ ਜਣਿਆਂ ਨੇ ਆਖਿਆ ਜੀ, ਕਹਿੰਦੇ ਜਦੋਂ ਦਾ ਅਸੀਂ ਪਾਠ ਕਰਨ ਲੱਗੇ ਹਾਂ ਜੀ, ਉਦੋਂ ਦੇ ਤੇ ਸਾਨੂੰ ਦੁੱਖ ਹੀ ਬੜੇ ਆਉਂਦੇ ਆ। ਪਰ ਇਹ ਨਹੀਂ ਪਤਾ, ਜਿਹੜੇ ਕਰਮਾਂ 'ਚ ਦੁੱਖ ਲਿਖੇ ਹੋਏ ਆ ਨਾ, ਉਹ ਮਹਾਰਾਜ ਤੁਹਾਡੇ ਦੁੱਖ ਮੁਕਾ ਰਹੇ ਆ। ਅੱਗੇ ਜਾ ਕੇ ਸੁੱਖ ਆਉਣਗੇ। ਬੱਚਾ ਟੈਸਟ ਹੁੰਦਾ ਹੈ ਬੱਚੇ ਦਾ, ਪਹਿਲਾਂ ਮਿਹਨਤਾਂ ਕਰਨੀਆਂ ਪੈਂਦੀਆਂ, ਔਖਾ ਹੁੰਦਾ ਹੈ।
ਜਦੋਂ ਚੰਗੇ ਅਹੁਦੇ ਤੇ ਲੱਗ ਜਾਂਦਾ ਹੈ, ਤਨਖਾਹ ਆਉਂਦੀ ਹੈ, ਫਿਰ ਸੁਖੀ ਹੁੰਦਾ ਹੈ। ਆਗੇ ਤੇ 10 ਗੁਣ ਧਨ ਪੈ ਹੈ। ਆਹਾ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਹਿਲਾਂ ਸਾਰਾ ਕੁਝ ਹੀ ਚਲੇ ਗਿਆ ਨਾ, ਤੇ ਹੁਣ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਹਿਣ ਲੱਗੇ, ਤੂੰ ਸਿੱਖੀ ਦੀ ਕਸੌਟੀ ਸਹਿ ਲਈ ਹੈ। ਅੱਗੇ ਜਿੰਨਾ ਤੂੰ ਅਮੀਰ ਸੈਂ ਨਾ, ਹੁਣ 10 ਗੁਣਾ ਵੱਧ ਅਮੀਰ ਬਣੇਗਾ। ਮਹਾਰਾਜ ਕਹਿਣ ਲੱਗੇ, ਅੱਗੇ ਸੀ 10 ਲੱਖ ਤੇ ਹੁਣ ਕਰੋੜ ਹੋ ਜਾਏਗਾ। ਕਹਿਣ ਲੱਗੇ 10 ਗੁਣਾ ਵੱਧ ਤੇਰੇ ਕੋਲ ਮਾਇਆ ਹੋਵੇਗੀ, ਬਸ ਇੱਕ ਵਾਰੀ ਬੰਦਾ ਸਹਿ ਲਵੇ। ਲੋਕ ਪਰਲੋਕ ਸਫਲ ਤੁਵ ਹੋਇ ਹੈ। ਤੇ ਮਹਾਰਾਜ ਕਹਿਣ ਲੱਗੇ, ਤੇਰਾ ਲੋਕ ਵੀ ਸੌਰ ਜਾਏਗਾ, ਤੇਰਾ ਪਰਲੋਕ ਵੀ ਸੌਰ ਜਾਏਗਾ। ਪਰ ਗੱਲ ਕੀ ਹੈ? ਦੁੱਖ ਸੁੱਖ ਸਮ ਕਰ, ਨਾਮ ਨਾ ਛੋਡੋ। ਦੁੱਖ ਸੁੱਖ ਨੂੰ ਬਰਾਬਰ ਕਰਕੇ ਬੰਦਾ ਨਾਮ ਨਾ ਜਪਣਾ ਛੱਡ ਦੇ ਜੀ। ਜਦੋਂ ਨਾਮ ਛੱਡ ਦਿੰਦਾ ਨਾ ਬੰਦਾ, ਫਿਰ ਹੋਰ ਦੁਖੀ ਹੁੰਦਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਪੰਕਤੀ ਹੈ, ਦੁੱਖ ਸੁੱਖ ਸਮ ਕਰ, ਨਾਮ ਨਾ ਛੋਡੋ। ਮਹਾਰਾਜ ਕਹਿੰਦੇ ਹੁਣ ਵੇਖੀ ਤੇਰਾ ਇਹ ਲੋਕ ਵੀ ਸਫਲਾ, ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰਾ ਪਰਲੋਕ ਵੀ ਸਫਲਾ ਹੋ ਜਾਵੇਗਾ। ਇਮ ਵਰ ਦੈ ਕਰ ਕਰਿਓ ਨਿਹਾਲ। ਤੇ ਫਿਰ ਕੀ ਕੀਤਾ ਜੀ? ਇਹ ਵਰ ਦਿੱਤਾ ਮਹਾਰਾਜ ਨੇ। ਤੇ ਗੁਰੂ ਸਾਹਿਬ ਦਾ ਤੇ ਬਚਨ ਹੀ ਹੈ ਬਸ ਜੀ, ਨਿਹਾਲ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਪੁੰਨ ਤਿਸ ਢਿੱਗ ਧਨ ਭਇਓ ਵਿਸਾਲ। ਲਓ ਜੀ ਭਾਈ ਮਹੇਸ਼ਾ ਜੀ ਸੁਲਤਾਨਪੁਰ ਦੇ ਵਿੱਚ ਵਾਪਸ ਚਲੇ ਗਏ। ਚਲੇ ਕੀ ਗਏ? ਉਹ ਜਿੱਥੇ ਜਿੱਥੇ ਧਨ ਅੜਿਆ ਸੀ, ਨਾਸ਼ ਹੋਇਆ ਸੀ, ਉੱਥੋਂ ਫਿਰ ਆਉਣਾ ਸ਼ੁਰੂ ਹੋ ਗਿਆ ਜੀ। 10 ਗੁਣਾ ਵੱਧ ਮਾਇਆ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤੀ ਜੀ। ਮੈਨੂੰ ਵੀ ਮਾਫ ਕਰਿਓ, ਬੜੇ ਫੋਨ ਆਉਂਦੇ ਰਹਿੰਦੇ ਆ ਜੀ, ਪਹਿਲਾਂ ਕੰਮ ਚੱਲਦਾ ਸੀ, ਹੁਣ ਨਹੀਂ ਚੱਲਦਾ। ਭਲਿਓ ਇਹ ਗੁਰੂ ਸਾਹਿਬ ਸਾਡੀ ਪ੍ਰੀਖਿਆ ਲੈਂਦੇ ਆ। ਤੁਸੀਂ ਲੱਗੇ ਰਹੋ, ਮਹਾਰਾਜ 10 ਗੁਣਾ ਵੱਧ ਦੇ ਦਿੰਦੇ। ਮਾਇਆ ਕਿਹੜੀ ਚੀਜ਼ ਹੈਗੀ ਮਹਾਰਾਜ ਅੱਗੇ ਜੀ। ਹਾਂਜੀ, ਇਸੀ ਪ੍ਰਕਾਰ ਬਹੁਤ ਨਰ ਤਾਰੇ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਧ ਸੰਗਤ ਜੀ ਬੜੇ ਮਨੁੱਖ ਤਾਰੇ। ਗੱਜ ਕੇ ਆਖੋ ਵਾਹਿਗੁਰੂ। ਬੜੇ ਮਨੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਰੇ। ਸਿੱਖੀ ਮਾਰਗ ਚੱਲਿਓ ਉਦਾਰੇ। ਤੇ ਸਿੱਖੀ ਦਾ ਰਸਤਾ ਚੱਲਿਆ ਜੀ, ਸਿੱਖੀ ਦਾ ਰਸਤਾ। ਗੱਜ ਕੇ ਆਖੋ ਵਾਹਿਗੁਰੂ। ਕੀ ਰਾਹ ਚੱਲਿਆ ਜੀ? ਵੀ ਪਹਿਲਾਂ ਤੇ ਭਾਈ ਜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿੰਦਿਆਂ ਥੋੜਾ ਬਹੁਤਾ ਦੁੱਖ ਆ ਜੇ, ਘਬਰਾਉਣਾ ਨਹੀਂ ਹੈ। ਇਹ ਸਾਖੀ ਸੁਣ ਕੇ ਸਾਡੇ ਅੰਦਰ ਸ਼ਰਧਾ ਵਧਣੀ ਚਾਹੀਦੀ ਹੈ। ਸਗੋਂ ਦੁੱਖ ਆਵੇ ਨਾ, ਹੋਰ ਤਗੜੇ ਹੋ ਕੇ ਨਾਮ ਜਪੋ। ਮੈਂ ਕੁਝ ਰੱਬ ਦੇ ਪਿਆਰਿਆਂ ਨੂੰ ਐਸਾ ਵੇਖਿਆ ਜੀ, ਉਹਨਾਂ ਦੀ ਜ਼ਿੰਦਗੀ 'ਚ ਦੁੱਖ ਵਾਲਾ ਸਮਾਂ ਆਇਆ, ਉਹਨਾਂ ਘੁੱਟ ਕੇ ਚਰਨ ਫੜ ਲਏ ਵਾਹਿਗੁਰੂ ਦੇ ਜੀ, ਹੋਰ ਨਾਮ ਜਪਿਆ। ਤੇ ਮਹਾਰਾਜ ਨੇ ਕੀ ਕੀਤਾ ਜੀ? ਮਹਾਰਾਜ ਨੇ ਉਹਨਾਂ ਤੇ ਮਿਹਰ ਕਰ ਦਿੱਤੀ, ਤਰੱਕੀਆਂ ਹੋਰ ਦੇ ਦਿੱਤੀਆਂ ਜੀ। ਸਮਾਂ ਹੁੰਦਾ ਜੀ, ਇਸ ਕਰਕੇ ਘਬਰਾਉਣਾ ਨਹੀਂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਾਗ ਆਸਾ ਵਿੱਚ ਕਹਿੰਦੇ ਆ, ਦੁੱਖ ਸੁੱਖ ਨਹੀਂ ਸੀ, ਸੁੱਖ ਦੁੱਖ ਸੀ। ਸੁੱਖ ਦੁੱਖ ਸਮ ਕਰ, ਸਮ ਦਾ ਅਰਥ ਹੁੰਦਾ ਬਰਾਬਰ। ਸੁੱਖ ਦੁੱਖ ਸਮ ਕਰ, ਨਾਮ ਨਾ ਛੋਡੋ, ਆਪੇ ਬਖਸ਼ ਮਿਲਾਵਣ ਹਾਰਾ। ਸੁਖ ਦੁਖ ਸਮ ਕਰ, ਨਾਮ ਨਾ ਛੋਡੋ, ਆਪੇ ਬਖਸ਼ ਮਿਲਾਵਣ ਹਾਰਾ। ਜਪੋ ਸੁਖ ਦੁਖ ਸਮ ਕਰ, ਨਾਮ ਨਾ ਛੋਡੋ, ਆ
ਛੱਡਿਓ। ਸੁੱਖ ਵਿੱਚ ਵੀ ਬੋਲਿਓ ਵਾਹਿਗੁਰੂ, ਦੁੱਖ ਵਿੱਚ ਵੀ ਬੋਲਿਓ ਵਾਹਿਗੁਰੂ। ਪਿਆਰਿਓ, ਗੁਰੂ ਮਿਹਰ ਕਰੇਗਾ, ਇੱਕ ਦਿਨ ਆਪੇ ਹੀ ਆਪਣੇ ਨਾਲ ਮਿਲਾ ਲਏਗਾ ਜੀ। ਉਹ ਇੱਕ ਸਟੀਕਰ ਛਪੇ ਹੁੰਦੇ ਨਾ ਜੀ, ਕਹਿੰਦੇ ਆ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ। ਮਹਾਰਾਜ ਕਹਿੰਦੇ ਸੁੱਖ ਦੁੱਖ ਬਰਾਬਰ ਕਰਕੇ ਨਾਮ ਜਪੀ ਚੱਲ, ਜਪੀ ਚੱਲ, ਜਪੀ ਚੱਲ, ਆਪੇ ਤੇਰੇ ਤੇ ਮਿਹਰ ਕਰਕੇ ਤੈਨੂੰ ਮਿਲਾ ਲਏਗਾ। ਹਾਂਜੀ, ਇਮ ਵਰ ਦੇ ਕਰ ਕਰਿਓ ਨਿਹਾਲ। ਇਸ ਤਰੀਕੇ ਨਾਲ ਮਹਾਰਾਜ ਨੇ ਭਾਈ ਮਹੇਸ਼ਾ ਜੀ ਨੂੰ ਨਿਹਾਲ ਕੀਤਾ। ਪੁੰਨ ਤਿਸ ਢਿਗ ਧਨ ਭਇਓ ਵਿਸਾਲ। ਫਿਰ ਕੀ ਸੀ, ਫਿਰ ਬਹੁਤ ਮਾਇਆ ਆ ਗਈ। ਇਸੀ ਪ੍ਰਕਾਰ ਬਹੁਤ ਨਰ ਤਾਰੇ। ਇਸ ਤਰੀਕੇ ਨਾਲ ਇੱਕ ਨਹੀਂ ਬੜਿਆਂ ਨੂੰ ਤਾਰਿਆ ਗੁਰੂ ਅਮਰਦਾਸ ਜੀ ਨੇ। ਸਿੱਖੀ ਮਾਰਗ ਚਲਿਓ ਉਦਾਰੇ। ਤੇ ਸਿੱਖੀ ਦਾ ਪੰਥ ਚੱਲ ਗਿਆ ਜੀ ਇੱਕ। ਹਾਂਜੀ, ਆਏ ਸ਼ਰਨ ਜੋ ਗੁਰ ਕੀ ਪਰੈ। ਜਿਹੜਾ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਬ੍ਰਹਮ ਗਿਆਨ ਜੁਤ ਸ਼ਕਤ ਸੋ ਧਰੈ। ਬਸ ਫਿਰ ਮਹਾਰਾਜ ਬ੍ਰਹਮ ਗਿਆਨ ਦੀ ਦਾਤ ਦਿੰਦੇ ਐ, ਸ਼ਕਤੀਆਂ ਦਿੰਦੇ ਐ। ਬਾਹਰੀ ਪਦਾਰਥਾਂ ਦੀ ਕਮੀ ਨਹੀਂ ਰਹਿੰਦੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ। ਹਾਂਜੀ, ਦੋਨੋਂ ਹਾਥ ਸੋ ਵਰਤਾਵੈ। ਵਾਹ ਵਾਹ, ਦੋਨੋਂ ਹੱਥਨ ਸੋ ਵਰਤਾਵੈ। ਕਹਿੰਦੇ ਗੁਰੂ ਅਮਰਦਾਸ ਸਾਹਿਬ ਦੋਵਾਂ ਹੱਥਾਂ ਨਾਲ ਹੀ ਵੰਡਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਮਾਨੈ ਬਚਨ ਪਾਰ ਪਰ ਜਾਵੈ। ਬਸ ਜਿਹੜਾ ਮਹਾਰਾਜ ਦਾ ਬਚਨ ਮੰਨ ਲਵੇ ਨਾ ਜੀ, ਉਹ ਤੇ ਪਾਰ ਹੀ ਪੈ ਜਾਂਦਾ ਜੀ, ਪਾਰ ਉਤਾਰਾ ਹੀ ਹੋ ਜਾਂਦਾ ਜੀ ਉਹਦਾ, ਜਿਹੜਾ ਗੁਰੂ ਸਾਹਿਬ ਜੀ ਦਾ ਬਚਨ ਮੰਨ ਲੈਂਦਾ ਜੀ। ਤੇ ਮਹਾਰਾਜ ਦਾ ਬਚਨ ਕੀ ਹੈ? ਸੁੱਖ ਦੁੱਖ ਬਰਾਬਰ ਜਾਣ ਕੇ ਨਾਮ ਜਪ ਕੇ ਲੱਗੇ। ਜਪ ਵਾਹਿਗੁਰੂ 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 ਵਾਹਿਗੁਰੂ। ਤੇਰੇ ਤੇ ਮਿਹਰ ਹੋ ਜਾਏਗੀ। ਕਹਿੰਦੇ ਦੋਹਰਾ ਗੋਇੰਦਵਾਲ ਸ਼ੋਭਾ ਨਿਰਖ ਸ਼ੇਖਨ ਰਚੇ ਨਿਕੇਤ। ਸੋ ਗੋਇੰਦਵਾਲ ਸਾਹਿਬ ਦੀ ਸ਼ੋਭਾ ਬੜੀ ਹੈ ਜੀ, ਨਗਰ ਦੀ ਸ਼ੋਭਾ ਵੇਖ ਕੇ ਸ਼ੇਖਾਂ ਨੇ ਘਰ ਬਣਾ ਲਏ ਜੀ ਆਪਣੇ। ਸ਼ੇਖ ਕੌਣ ਹੁੰਦੇ ਭਲਾ? ਮੁਸਲਮਾਨ। ਦੁਬਈ 'ਚ ਹੈਗੇ ਨਾ ਸ਼ੇਖ। ਸ਼ੇਖਾਂ ਨੇ ਆਪਣੇ ਘਰ ਬਣਾ ਲਏ ਜੀ ਉੱਥੇ। ਹਾਂਜੀ, ਅਕਬਰ ਸਾਥ ਰਹਿਤ ਵਹੀ ਸਭ ਭਾਇਤ ਸਮੇਤ। ਅਕਬਰ ਸਾਥ ਰਹਿਤ ਵਹੀ, ਕਹਿਣ ਲੱਗੇ ਉਹ ਅਕਬਰ ਦੇ ਨਾਲ ਉਹਨਾਂ ਦਾ ਮੇਲ ਜੋਲ ਸੀਗਾ ਜੀ, ਮੇਲ ਜੋਲ ਸੀਗਾ। ਉਹ ਸਾਰੇ ਭਾਈ ਜਿਹੜੇ ਆ ਉਹ ਗੋਇੰਦਵਾਲ ਸਾਹਿਬ ਰਹਿਣ ਲੱਗ ਪਏ ਜੀ। ਹਾਂਜੀ, ਚੌਪਈ ਗੁਰ ਸਥਾਨ ਮੰਗਲ ਬਹੁ ਹੋਵੈ। ਹੁਣ ਮਹਾਰਾਜ ਦੀ ਹਜ਼ੂਰੀ ਵਿੱਚ ਰੋਜ਼ ਖੁਸ਼ੀਆਂ ਵਰਤਦੀਆਂ, ਮਿਹਰਾਂ ਵਰਤਦੀਆਂ। ਗਾਵਤ ਸਭ ਸਿੱਖ ਸ਼ਬਦਨ ਜੋਵੈ। ਸਿੱਖ ਸ਼ਬਦ ਗਾਉਂਦੇ ਆ, ਆਨੰਦ ਮਿਲਦਾ, ਹਿਰਦੇ 'ਚ ਸੁੱਖ ਸ਼ਾਂਤੀ ਆਉਂਦੀ ਹੈ। ਸ਼ੇਖਨ ਕੇਸਿਸ ਦੇਖ ਸੋ ਚਾਲੀ। ਉਹ ਸ਼ੇਖਾਂ ਦੇ ਜਿਹੜੇ ਬੱਚੇ ਸੀ ਨਾ, ਉਹ ਬੜੇ ਵਿਗੜੇ ਹੋਏ ਸੀਗੇ ਜੀ। ਹਾਂਜੀ, ਸਹਿ ਨਾ ਸਕਹਿ ਵਹਿ ਕਰੈ ਕੁਚਾਲੀ। ਉਹਨਾਂ ਵੇਖਿਆ ਲੋਕ ਆਉਂਦੇ ਆ, ਬਹਿੰਦੇ ਆ, ਇਕੱਠੇ ਲੰਗਰ ਛਕਦੇ ਆ। ਉਹ ਬੱਚੇ ਜਿਹੜੇ ਸੀ ਨਾ ਲੜਕੇ, ਉਹ ਈਰਖਾ ਕਰਨ ਲੱਗ ਪਏ ਜੀ ਗੁਰੂ ਜੀ ਦੇ ਸਿੱਖਾਂ ਨਾਲ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਗੁਰੂ ਸਾਹਿਬ ਦੀ ਨਗਰੀ 'ਚ ਰਹਿ ਰਹੇ ਤੇ ਗੁਰੂ ਸਾਹਿਬ ਦੇ ਬੰਦਿਆਂ ਨਾਲ ਈਰਖਾ ਕਰਨ ਲੱਗ ਪਏ। ਨੀਰ ਭਰਨ ਘਟ ਲੈ ਸਿੱਖ ਜਾਵੈ। ਜਦੋਂ ਗੁਰੂ ਦੇ ਸਿੱਖ ਘੜੇ ਭਰ ਕੇ ਲੈ ਜਾਂਦੇ ਸੀ ਨਾ, ਪਾਣੀ ਦੇ ਘੜੇ ਭਰ ਕੇ ਲੈ ਕੇ ਆਉਂਦੇ ਸਨ। ਹਾਂਜੀ, ਬਾਲ ਗੁਲੇਲਾ ਮਾਰ ਗਲਾਵੈ। ਉਹ ਲੁਕ ਕੇ ਬੈਠੇ ਹੁੰਦੇ ਸੀ ਤੇ ਗੁਲੇਲੇ ਮਾਰਦੇ ਹੁੰਦੇ ਸੀਗੇ। ਘੜੇ ਮਿੱਟੀ ਦੇ ਸੀਗੇ, ਪੱਥਰ ਮਾਰਨਾ, ਗੁਲੇਲੇ ਵੱਡੇ ਨਾਲ ਭਰ ਕੇ ਉਹ ਘੜਾ ਸਾਧ ਸੰਗਤ ਦੀ ਟੁੱਟ ਜਾਂਦਾ ਜੀ। ਹਾਂਜੀ, ਯਾ ਬਿਦ ਬਹੁਤ ਕਰੀ ਜਬ ਤਿਨੈ। ਇੱਕ ਦਿਨ ਹੋ ਗਿਆ, 2 ਦਿਨ ਹੋ ਗਿਆ, ਸਿੱਖ ਸ਼ਾਂਤ ਰਹੇ। ਕਈ ਦਿਨ ਹੋ ਗਏ ਗੁਲੇਲੇ ਮਾਰ ਮਾਰ ਘੜੇ ਭੰਨ ਦਿਆ ਕਰਨ ਜੀ। ਹਾਂਜੀ, ਗੁਰ ਪਹਿ ਸਿੱਖਨ ਕਰੀ ਬਿਨੈ। ਗੁਰੂ ਸਾਹਿਬ ਦੇ ਅੱਗੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਸ਼ੇਖਨ ਸੁਤ ਘਟ ਤੋਰੈ ਤੂਰਨ। ਮਹਾਰਾਜ ਅਸੀਂ ਕਈ ਦਿਨਾਂ ਦੇ ਵੇਖ ਰਹੇ ਹਾਂ, ਸ਼ੇਖਾਂ ਦੇ ਲੜਕੇ ਸਾਡੇ ਘੜੇ ਤੋੜ ਦਿੰਦੇ ਨੇ ਮਹਾਰਾਜ। ਕਈਆਂ ਦਾ ਸੁਭਾਅ ਹੀ ਹੁੰਦਾ ਜਿੱਥੇ ਜਾਣਾ ਲੜਾਈ ਕਰੀ ਜਾਣੀ ਜੀ।
ਜਲ ਕੋ ਜਬ ਕਰ ਲਿਆਵੇਂ ਤੂਰਨ। ਜਦੋਂ ਮਹਾਰਾਜ ਅਸੀਂ ਪਾਣੀ ਭਰ ਕੇ ਲੈ ਕੇ ਆਉਨੇ ਆ ਨਾ, ਰਸਤੇ 'ਚ ਤੋੜਦੇ ਸਾਡੇ ਘੜੇ ਮਹਾਰਾਜ। ਹਾਂਜੀ, ਤਬ ਕਰੁਣਾ ਕਰ ਬੋਲੇ ਬਾਣੀ। ਤੇ ਮਹਾਰਾਜ ਨੇ ਕਲਾ ਟਾਲੀ ਜੀ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ। ਹਾਂਜੀ, ਮਸ਼ਕਾਂ ਬੀਚ ਲਿਆਵੋ ਪਾਣੀ। ਮਹਾਰਾਜ ਕਹਿੰਦੇ ਤੁਸੀਂ ਮਸ਼ਕਾਂ ਦੇ ਵਿੱਚ ਲੈ ਆਇਆ ਕਰੋ। ਮਸ਼ਕਾਂ ਹੋ ਸਕਦਾ ਤੁਹਾਡੇ ਚੋਂ ਵੇਖੀਆਂ ਹੋਣ ਜੀ। ਉਂਝ ਆਨੰਦਪੁਰ ਸਾਹਿਬ ਇੱਕ ਮਸ਼ਕ ਪਈ ਜੇ ਭਾਈ ਕਨ੍ਹਈਆ ਜੀ ਦੀ ਜੀ। ਤਾਰਾਗੜ੍ਹ ਸਾਹਿਬ ਤੋਂ ਇੱਕ ਪਾਸੇ ਨਾ ਭਾਈ ਕਨ੍ਹਈਆ ਜੀ ਦਾ ਸਥਾਨ ਬਣਿਆ, ਉੱਥੇ ਮਸ਼ਕ ਪਈ, ਬੜੀ ਸਖਤ ਹੁੰਦੀ ਹੈ ਜੀ। ਮਹਾਰਾਜ ਕਹਿੰਦੇ ਤੁਸੀਂ ਮਸ਼ਕਾਂ ਵਿੱਚ ਪਾਣੀ ਲੈ ਆਇਆ ਕਰੋ। ਹਾਂਜੀ, ਮਾਨ ਬਚਨ ਤਿਉ ਹੀ ਤਿਨ ਕੀਨੀ। ਸਿੱਖਾਂ ਨੇ ਬਚਨ ਮੰਨ ਕੇ ਉਵੇਂ ਹੀ ਕੀਤਾ, ਮਸ਼ਕਾਂ ਵਿੱਚ ਪਾਣੀ ਲਿਆਉਣ ਲੱਗ ਪਏ ਜੀ। ਜਲ ਭਰਬੋ ਕੋ ਮਸ਼ਕਾਂ ਲੀਨੀ। ਉਹਨਾਂ ਨੇ ਮਸ਼ਕਾਂ ਖਰੀਦ ਲੀਆਂ ਜੀ। ਮਸ਼ਕਾਂ ਵਿੱਚ ਪਾਣੀ ਭਰ ਭਰ ਕੇ ਲੈ ਕੇ ਆਉਣਾ ਜੀ। ਹਾਂਜੀ, ਤਬ ਬਾਰਕ ਕਰ ਧਾਰਕ ਮਾਨੈ। ਗੱਜ ਕੇ ਆਖੋ। ਵਾਹਿਗੁਰੂ। ਉਹ ਸ਼ੇਖਾਂ ਦੇ ਬੱਚੇ ਬੜੇ ਖਰਾਬ ਸੀਗੇ ਜੀ। ਉਹਨਾਂ ਨੇ ਤੀਰ ਕਮਾਨ ਲੈ ਲਏ ਜੀ। ਹਾਂਜੀ, ਤੀਰ ਮਾਰ ਫਾਰੈ ਅਭਿਮਾਨੈ। ਤੀਰ ਮਾਰ ਕੇ ਮਸ਼ਕਾਂ ਫਾੜ ਦੇਣੀਆਂ ਜੀ ਉਹਨਾਂ ਨੇ ਜੀ। ਹਾਂਜੀ, ਪੁੰਨ ਸਿੱਖਨ ਗੁਰ ਕੇਰ ਹਦੂਰਾ। ਸਿੱਖਾਂ ਨੇ ਫਿਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਆ ਕੇ ਬੇਨਤੀ ਕੀਤੀ। ਸਕਲ ਬਿਰਤਾਂਤ ਬਖਾਨਿਓ ਤੂਰਾ। ਆ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ। ਮਸ਼ਕਾਂ ਫਾਰਤ ਕਸ ਕੈ ਤੀਰਨ। ਮਹਾਰਾਜ ਪਹਿਲਾਂ ਘੜੇ ਫੋੜਦੇ ਹੁੰਦੇ ਸੀ, ਹੁਣ ਤੇ ਮਸ਼ਕਾਂ ਨੂੰ ਵੀ ਤੀਰਾਂ ਮਾਰ ਕੇ ਮਹਾਰਾਜ ਫੋੜ ਦਿੰਦੇ ਆ। ਹਾਂਜੀ, ਬਸ ਨਹਿ ਚਲਤ ਕਰਤ ਅਵਗੀਰਨ। ਮਹਾਰਾਜ ਸੰਗਤ ਵਾਸਤੇ ਜਲ ਲਿਆਉਣਾ ਹੁੰਦਾ, ਉਹ ਅਵਗਿਆ ਕਰਦੇ ਆ। ਹਾਂਜੀ, ਤਬ ਮੁਖ ਚੰਦ ਬਚਨ ਪ੍ਰਕਾਸ਼ੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਗੱਲ ਟਾਲ ਦਿੱਤੀ ਜੀ। ਮਹਾਰਾਜ ਨੇ ਬਚਨ ਕੀਤਾ ਜੀ ਉਹਨਾਂ ਨੂੰ। ਹਾਂਜੀ, ਗਾਗਰ ਮੈਂ ਜਲ ਲਿਆਓ ਹੁਲਾਸੇ। ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਕੋਈ ਨਹੀਂ, ਤੁਸੀਂ ਗਾਗਰਾਂ 'ਚ ਲੈ ਆਇਆ ਕਰੋ। ਮਹਾਰਾਜ ਕਹਿਣ ਲੱਗੇ ਪਾਣੀ ਲੈ ਕੇ ਆਉਣਾ। ਹਾਂਜੀ, ਸਤ ਭਾਖ ਕੀਨੀ ਤਿਨ ਤੈਸੇ। ਚਲੋ ਸਿੱਖਾਂ ਸਤ ਬਚਨ ਕੀਤਾ। ਹਾਂਜੀ, ਕਹੀ ਮੁਕੰਦ ਅਨੰਦਤ ਜੈਸੇ। ਜਿਵੇਂ ਮਹਾਰਾਜ ਨੇ ਕਿਹਾ ਉਵੇਂ ਸਿੱਖ ਕਰਨ ਲੱਗ ਪਏ। ਹਾਂਜੀ, ਵਹ ਬਾਲਕ ਘਟ ਇੰਟਨ ਭਾਨੈ। ਗੱਜ ਕੇ ਆਖੋ ਵਾਹਿਗੁਰੂ। ਉਹ ਬੜੇ ਸ਼ੈਤਾਨ ਸਨ ਜੀ। ਸ਼ੇਖਾਂ ਦੇ ਲੜਕਿਆਂ ਨੇ ਉਹ ਗਾਗਰਾਂ ਨੂੰ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਜੀ। ਚਿੱਬੀਆਂ ਹੋ ਜਾਂਦੀਆਂ, ਭੱਜ ਜਾਂਦੀਆਂ ਜੀ ਉਹ। ਹਾਂਜੀ, ਜ਼ੁਲਮੀ ਕਰੈ ਦੁਸ਼ਟ ਅਭਿਮਾਨੈ। ਘਮੰਡੀ ਸਨ ਨਾ, ਜ਼ੁਲਮ ਕਰਨ ਦਾ ਸੁਭਾਅ ਬਣ ਗਿਆ ਸੀ ਉਹਨਾਂ ਦਾ ਜੀ। ਹਾਂਜੀ, ਮਾਤ ਤਾਤ ਤਿਨ ਕੇ ਨੈ ਹੋਰੈ। ਮਾਂ ਪਿਓ ਵੀ ਨਹੀਂ ਰੋਕਦੇ ਹੁੰਦੇ ਜੀ ਉਹਨਾਂ ਦੇ। ਹਾਂਜੀ, ਹੋਤ ਪ੍ਰਸੰਨ ਨਿਹਾਰੈ ਬਹੋਰੈ। ਜਦੋਂ ਬੱਚਿਆਂ ਨੇ ਆ ਕੇ ਦੱਸਣਾ ਨਾ ਘੜੇ ਭੰਨ ਤੇ ਮਸ਼ਕਾਂ ਕਰਤੀਆਂ, ਗਾਗਰਾਂ ਵੀ ਤੋੜ ਦਿੱਤੀਆਂ, ਸ਼ੇਖਾਂ ਨੇ ਖੁਸ਼ ਹੋਣਾ ਜੀ। ਸਗੋਂ ਬੱਚਿਆਂ ਨੂੰ ਰੋਕਣਾ ਨਾ। ਹਾਂਜੀ, ਪੁੰਨ ਅਰਦਾਸ ਕਰੀ ਸਭ ਸੰਗਤ। ਫਿਰ ਤੇ ਸਾਰੀ ਸੰਗਤ ਹੀ ਤੰਗ ਆ ਕੇ ਨਾ, ਸਾਰੀ ਸੰਗਤ ਨੇ ਹੀ ਰਲ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਨੂੰ। ਗਗਰਨ ਤੋਰੈ ਬਾਲਕ ਪੰਗਤ। ਮਹਾਰਾਜ ਉਹ ਬਾਲਕ ਬਹੁਤ ਖਰਾਬ ਨੇ, ਉਹਨਾਂ ਗਾਗਰਾਂ ਭੰਨਣੀਆਂ ਸ਼ੁਰੂ ਕਰਤੀਆਂ ਇੱਟਾਂ ਦੇ ਨਾਲ। ਹਾਂਜੀ, ਸੁਨ ਤੂਸ਼ਨ ਕਰੁਣਾ ਕਰ ਹੋਏ। ਹਾਂਜੀ। ਉੱਤਰ ਨਾਹਿਨ ਦਇਓਨ ਤਬ ਕੋਏ। ਤੇ ਮਹਾਰਾਜ ਫਿਰ ਚੁੱਪ ਹੋ ਗਏ ਜੀ। ਫਿਰ ਉੱਤਰ ਨਹੀਂ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਰੱਬ ਦਾ ਪਿਆਰਾ ਨਾਰਾਜ਼ ਹੋਵੇ ਤਾਂ ਉਹਨੂੰ ਬੁਲਾ ਲਓ, ਕੁਝ ਬਚਾਅ ਹੋ ਜਾਏਗਾ। ਜੇ ਕਮਾਈ ਵਾਲਾ ਚੁੱਪ ਰਹਿ ਗਿਆ ਤੇ ਫਿਰ ਪਤਾ ਹੀ ਨਹੀਂ ਕੀ ਹੋ ਜਾਣਾ ਹੈ ਜੀ। ਉਹ ਇੱਕ ਨਿੱਕੀ ਜਿਹੀ ਕਹਾਣੀ ਹੈ, ਤੁਸੀਂ ਸੁਣੀ ਹੋਏਗੀ। ਨਿੱਕੀ ਜਿਹੀ ਕਹਾਣੀ ਹੈ ਕਿ ਉਹ ਸਾਧੂ ਲੰਘ ਰਿਹਾ ਸੀ, ਰੱਬ ਦਾ ਪਿਆਰਾ। ਵੈਸ਼ਿਆ ਦਾ ਰੂਪ ਸੁੰਦਰ ਸੀਗਾ। ਉਹਨੇ ਵੈਸ਼ਿਆ ਵੱਲ ਵੇਖ ਕੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ, ਪਰਮੇਸ਼ਰ ਤੂੰ ਕਿੱਡੇ ਕਿੱਡੇ ਸੋਹਣੇ ਰੂਪ ਬਣਾਏ ਆ। ਪਰ ਵੈਸ਼ਿਆ ਨੇ ਗਲਤ ਸਮਝਿਆ। ਉਹਨੇ ਆਪਣੇ ਯਾਰ ਨੂੰ ਆਖਿਆ, ਕਹਿਣ ਲੱਗੀ ਉਸ ਸਾਧੂ ਨੂੰ ਮਾਰ ਕੇ ਆ। ਉਹ ਗਿਆ, ਉਹਨੇ 2 ਚਪੇੜਾਂ ਮਾਰੀਆਂ, ਜੁੱਤੀਆਂ ਲਾ ਕੇ ਮਾਰ ਦਿੱਤੀਆਂ।
ਸਾਧੂ ਚੁੱਪ ਹੋ ਗਿਆ। ਸਾਧੂ ਚਲੇ ਗਿਆ। ਪਿੱਛੋਂ ਉਹੋ ਹੀ ਬੰਦਾ ਪੌੜੀ ਚੜ੍ਹ ਰਿਹਾ ਸੀਗਾ, ਪੈਰ ਫਿਸਲਿਆ, ਪੌੜੀ ਤੋਂ ਥੱਲੇ ਡਿੱਗ ਗਿਆ, ਸਿਰ ਪਾਟ ਗਿਆ ਤੇ ਮਰ ਗਿਆ ਜੀ। ਵੈਸ਼ਿਆ ਆਈ, ਕਹਿਣ ਲੱਗੀ ਇਹ ਕੀ ਕੀਤਾ ਈ? ਸਾਧੂ ਕਹਿਣ ਲੱਗਾ ਤੇਰਾ ਯਾਰ ਆਇਆ, ਮੁਝੇ 4 ਜੂਤੇ ਲਗਾ ਗਿਆ, ਮੇਰਾ ਯਾਰ ਆਇਆ, ਸਾਰਾ ਝਗੜਾ ਮੁਕਾ ਗਿਆ। ਮੈਂ ਕੀ ਕਹਿ ਸਕਦਾ ਸੈਨ, ਮੈਂ 2-3 ਚਪੇੜਾਂ ਮਾਰ ਦੇਣੀਆਂ ਸੀ, ਪਰ ਜਦੋਂ ਮੇਰੇ ਵਾਲਾ ਆਇਆ ਨਾ, ਉਹਨੇ ਸਾਰਾ ਝਗੜਾ ਹੀ ਮੁਕਾ ਕੇ ਰੱਖਤਾ। 3 ਵਾਰ ਮਹਾਰਾਜ ਨੇ ਆਖਿਆ ਇੰਜ ਕਰ ਲੋ, ਇੰਜ ਕਰ ਲੋ, ਇੰਜ ਕਰ ਲੋ, ਬਾਲਕ ਨਹੀਂ ਹਟੇ। ਨਾ ਮਾਂ ਪਿਓ ਨੇ ਰੋਕਿਆ, ਮਹਾਰਾਜ ਚੁੱਪ ਕਰ ਗਏ ਜੀ। ਤੇ ਹੁਣ ਚੁੱਪ ਜਿਹੜੀ ਹੈ ਉਹ ਬੋਲਣ ਤੋਂ ਵੱਧ ਨੁਕਸਾਨ ਹੈ। ਕਹਿੰਦੇ ਜਿਹਨੂੰ ਮਾਰਨਾ ਹੋਵੇ ਉਹਦੇ ਨਾਲ ਗੱਲ ਨਾ ਕਰੋ, ਚੁੱਪ ਹੋ ਜਾਓ ਜੀ। ਉਹ ਤੁਹਾਡੀ ਚੁੱਪੀ ਵੇਖ ਕੇ ਹੀ ਨਾ ਜੇ ਅੰਦਰੋਂ ਅੰਦਰ ਮਰ ਜਾਂਦਾ ਜੀ। ਹੁਣ ਵੇਖਿਓ ਅੱਗੋਂ ਕੀ ਬਣਦਾ ਜੀ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਲ